ਪੰਜਾਬ ਦੇ ਪਿੰਡਾਂ ਦੇ ਵਿੱਚ ਸਰਪੰਚ, ਮੈਂਬਰ ਪੰਚਾਇਤ ਜਾਂ ਸਮੁੱਚੀ ਗ੍ਰਾਮ ਪੰਚਾਇਤ ਦਾ ਬਹੁਤ ਵੱਡਾ ਮਹੱਤਵ ਹੈ। ਹਰ ਬੰਦੇ ਦਾ ਵਾਹ ਇਹਨਾਂ ਦੇ ਨਾਲ ਪੈਂਦਾ ਹੈ। ਪੰਜਾਬ ਵੱਸਦਾ ਵੀ ਪਿੰਡਾਂ ਦੇ ਵਿੱਚ ਹੈ ਅਤੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ। ਆਮ ਤੌਰ ਦੇ ਉੱਤੇ ਰੌਲਾ ਪੈਂਦਾ ਹੁੰਦਾ ਕਿ ਸਰਪੰਚ ਜਿਹੜੇ ਨੇ ਆਹ ਖਾ ਗਿਆ ਜੀ, ਸਰਪੰਚਾਂ ਨੇ ਡਿਵੈਲਪਮੈਂਟ ਨਹੀਂ ਕੀਤੀ ਜੀ, ਸਰਪੰਚੀ ਲੜਨੀ ਔਖੀ ਹੋ ਗਈ ਜੀ, ਸਰਪੰਚ ਕੌਣ ਬਣਦਾ ਜੀ, ਸਰਪੰਚਾਂ ਨੂੰ ਕਿੰਨੇ ਕੁ ਪੈਸੇ ਮਿਲਦੇ ਆ, ਸਰਪੰਚੀ ਕਰਨੀ ਕਿੰਨੀ ਕੁ ਸੌਖੀ ਜਾਂ ਕਿੰਨੀ ਕੁ ਔਖੀ ਹੈ, ਸਰਪੰਚਾਂ ਦੇ ਨਾਲ ਸਰਕਾਰ ਦਾ ਤਾਲਮੇਲ ਕਿੱਦਾਂ ਦਾ। ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਜੇ ਡਿਵੈਲਪਮੈਂਟ ਨਹੀਂ ਹੁੰਦੀ, ਵਿਕਾਸ ਨਹੀਂ ਹੁੰਦਾ, ਸਰਕਾਰਾਂ ਕਿੰਨੀਆਂ ਕੁ ਜ਼ਿੰਮੇਵਾਰ ਨੇ, ਅਫਸਰ ਕਿੰਨੇ ਕੁ ਜ਼ਿੰਮੇਵਾਰ ਨੇ, ਜਾਂ ਸਰਪੰਚ ਜਾਂ ਮੈਂਬਰ ਪੰਚਾਇਤ ਕਿੰਨੇ ਕੁ ਜ਼ਿੰਮੇਵਾਰ ਨੇ, ਉਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਖੋਲ੍ਹ ਕੇ ਰੱਖਣੀਆਂ। ਕਿਉਂਕਿ ਜਦੋਂ ਕੋਈ ਦੇਸ਼ ਵਿਦੇਸ਼ ਤੋਂ ਆਉਂਦਾ, ਪਿੰਡ ਦੇ ਵਿੱਚ ਵੜਦਿਆਂ ਹੀ ਗਲੀਆਂ, ਨਾਲੀਆਂ, ਸਟੇਡੀਅਮ, ਸਕੂਲ, ਸ਼ਮਸ਼ਾਨ ਘਾਟ, ਬੱਸ ਅੱਡਾ, ਜਿੰਮ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਹਰਿਆ ਭਰਿਆ ਕਿੱਦਾਂ ਦਾ, ਦਰੱਖਤ ਕਿੰਨੇ ਕੁ ਨੇ, ਸਾਫ਼ ਸਫਾਈ ਕਿੱਦਾਂ ਦੀ ਹੈ, ਸੋਲਿਡ ਵੇਸਟ ਮੈਨੇਜਮੈਂਟ ਦਾ ਕਿੰਨਾ ਕੁ ਪ੍ਰਬੰਧ ਹੈ, ਉਹ ਸਾਰੀਆਂ ਚੀਜ਼ਾਂ ਸਾਨੂੰ ਬੰਦੇ ਦੇ ਜਿਹੜੇ ਜੀਵਨ ਪੱਧਰ ਦਾ ਅਹਿਸਾਸ ਕਰਾਉਂਦੀਆਂ ਹੈ ਅਤੇ ਪੰਚਾਇਤ ਇਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਅੱਜ ਕੁਲਵਿੰਦਰ ਬਾਘਾ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ। ਬਲੀਨਾ ਦੁਆਬਾ ਪਿੰਡ ਹੈ, ਜ਼ਿਲ੍ਹਾ ਜਲੰਧਰ ਦੇ ਵਿੱਚ, ਵੱਡਾ ਪਿੰਡ ਹੈ, 2000 ਦੇ ਕਰੀਬ ਵੋਟਾਂ ਨੇ। ਨੌਜਵਾਨ ਸਰਪੰਚ ਨੇ, ਐਮਟੈਕ ਸਰਪੰਚ ਵੀ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਜਿਸ ਦਿਨ ਉਹਨਾਂ ਨੇ ਇਲੈਕਸ਼ਨ ਜਿੱਤੀ ਆ। 32-33 ਸਾਲ ਦੀ ਉਮਰ ਹੋਊਗੀ। ਆਖਿਰਕਾਰ ਸਰਪੰਚਾਂ ਦੀ ਸਥਿਤੀ ਕੀ ਹੈ, ਕਹਾਣੀ ਕਿੱਥੇ ਖਲੋਤੀ ਹੈ? ਜੇ ਕੋਈ ਸਰਪੰਚ ਕੰਮ ਕਰਨਾ ਚਾਹੇ ਤਾਂ ਕੀ ਮੌਜੂਦਾ ਸਿਸਟਮ ਦੇ ਵਿੱਚ ਉਹਨੂੰ ਆਜ਼ਾਦੀ ਦੇ ਨਾਲ ਕੰਮ ਕਰਨ ਦਿੱਤਾ ਜਾਂਦਾ? ਗੱਲਾਂ ਬਾਤਾਂ ਹੋਣਗੀਆਂ। ਸਰਪੰਚ ਸਾਹਿਬ ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਠੀਕ ਠਾਕ ਹੋ ਜੀ? ਬਹੁਤ ਵਧੀਆ। ਸਰਪੰਚ ਸਾਹਿਬ ਪਹਿਲਾਂ ਤਾਂ ਇਹ ਦੱਸਿਓ ਕਿ ਆਮ ਤੌਰ 'ਤੇ ਹੁੰਦਾ ਕਿ ਸਰਪੰਚ ਬਣਨ ਦੇ ਲਈ ਯੋਗਤਾ 10ਵੀਂ 8ਵੀਂ ਜਾਂ ਹੈ ਹੀ ਨਹੀਂ। ਤੁਸੀਂ ਕਿੰਨਾ ਕੁ ਪੜ੍ਹੇ ਲਿਖੇ ਹੋ? ਮੈਂ ਸਰ ਐਮਟੈਕ ਕੀਤੀ, ਸਟਰਕਚਰ ਇੰਜੀਨੀਅਰਿੰਗ। ਅੱਛਾ ਜੀ। ਜੀ, ਮਾਸਟਰ ਡਿਗਰੀ ਕੀਤੀ ਹੈ ਜੀ। ਤੇ ਪੜ੍ਹਿਆ ਲਿਖਿਆ ਬੰਦਾ ਇੱਧਰਲੇ ਪਾਸੇ ਘੱਟ ਆਉਂਦਾ ਹੁੰਦਾ ਜੀ। ਤੁਸੀਂ ਕਿੱਦਾਂ ਆ ਗਏ? ਦੇਖੋ ਜੀ, ਇਹ ਤਾਂ ਇੱਕ ਸੋਚ ਸੀ ਕਿ ਮੈਂ ਆਪਣੇ ਪਿੰਡ ਨੂੰ ਬਿਹਤਰ ਬਣਾ ਸਕਾਂ। ਠੀਕ ਹੈ ਜੀ। ਸੋ ਉਹਦੇ ਲਈ ਮੈਨੂੰ ਪਿੰਡ ਵਾਸੀਆਂ ਨੇ ਵੀ ਮੇਰੇ ਉੱਤੇ ਜ਼ੋਰ ਪਾਇਆ ਕਿ ਆਪਾਂ ਨੂੰ ਪੜ੍ਹਿਆ ਲਿਖਿਆ, ਤੂੰ ਸਾਡੇ ਪਿੰਡ ਦੀ ਵਧੀਆ ਨੁਮਾਇੰਦਗੀ ਕਰ ਸਕਦਾ। ਸੋ ਉਹਨਾਂ ਦੇ ਪਿਆਰ ਸਦਕਾ ਜੀ ਮੈਂ ਇਹ ਸਰਪੰਚੀ ਦੀ ਲਾਈਨ ਦੇ ਵਿੱਚ ਆ। ਕਿੰਨੀ ਉਮਰ ਸੀ ਜਦੋਂ ਸਰਪੰਚ ਬਣੇ ਆ? ਜਦੋਂ ਸਰਪੰਚ ਬਣਿਆ ਜੀ ਮੈਂ 27 ਸਾਲ ਦਾ ਸੀਗਾ। ਠੀਕ ਹੈ ਜੀ। ਐਮਟੈਕ ਕੰਪਲੀਟ ਸੀ? ਐਮਟੈਕ ਕੰਪਲੀਟ ਸੀ ਜੀ। ਲਾਸਟ ਈਅਰ ਸੀਗਾ ਮੇਰਾ ਫਾਈਨਲ। ਉਹ ਫਿਰ ਮੈਨੂੰ ਵਿੱਚ ਛੱਡਣੇ ਪਏ, ਐਗਜ਼ਾਮ ਸੀ ਜਿਹੜੇ ਮੇਰੇ। ਠੀਕ ਹੈ ਜੀ। ਜੀ, ਉਹ ਬਾਅਦ ਵਿੱਚ ਮੈਂ ਕੰਪਲੀਟ ਕੀਤਾ। ਸਰਪੰਚ ਬਣ ਕੇ ਪੇਪਰ ਦਿੱਤੇ? ਜੀ ਸਰ। ਤਾਂ ਉਦੋਂ ਪਰਿਵਾਰ, ਰਿਸ਼ਤੇਦਾਰ, ਸੱਜਣ ਮਿੱਤਰਾਂ ਨੇ ਕਿਹਾ ਨਹੀਂ ਕਿੱਧਰ ਫਸ ਚਲੇ ਯਾਰ, ਇੱਥੇ ਤਾਂ ਕੰਮ ਔਖਾ ਬੜਾ ਹੁੰਦਾ ਸਰਪੰਚੀ ਪੰਚੀ ਦਾ? ਜੀ ਬਿਲਕੁਲ ਜੀ, ਬਹੁਤਿਆਂ ਨੇ ਕਿਹਾ ਜੀ। ਰੀਜ਼ਨ ਇਹ ਸੀ ਕਿ ਅੱਜ ਅਸੀਂ ਜਿਹੜੀ ਸਿਆਸਤ ਆ, ਸਿਆਸਤ ਨੂੰ ਅਸੀਂ ਇਹ ਦੇਖਦੇ ਕਿ ਇਹ ਚਿੱਕੜ ਆ, ਕਿ ਸਾਨੂੰ ਚਿੱਕੜ ਦੇ ਵਿੱਚ ਬਣਨਾ ਨਹੀਂ ਚਾਹੀਦਾ ਜੀ। ਜੇਕਰ ਪਰ ਸਾਡੇ ਸਿਆਣੇ ਆ, ਸਾਡਾ ਪੰਜਾਬ ਜਿਹੜਾ ਆ, ਪੰਜਾਬ ਦੇ ਸਾਡੇ ਜਿਹੜੇ ਪੀਰ ਫਕੀਰ ਆ, ਉਹਨਾਂ ਨੇ ਇਹੀ ਕਿਹਾ ਕਿ ਜੇ ਚਿੱਕੜ ਨੂੰ ਸਾਫ਼ ਕਰਨਾ ਤਾਂ ਚਿੱਕੜ ਦੇ ਵਿੱਚ ਕਿਸੇ ਨਾ ਕਿਸੇ ਨੂੰ ਤਾਂ ਬਣਨਾ ਚਾਹੀਦਾ ਆ। ਕੁਲਵਿੰਦਰ ਬਾਘਾ ਜੀ, ਠੀਕ ਹੈ ਤੁਹਾਡੀ ਗੱਲ। ਤੁਸੀਂ ਐਮਟੈਕ ਕਰ ਰਹੇ ਸੀ, ਲਾਸਟ ਈਅਰ ਦੇ ਵਿੱਚ ਸੀ, ਤੁਸੀਂ ਸਰਪੰਚੀ 'ਤੇ ਖਲੋ ਗਏ, ਤੁਸੀਂ ਸਰਪੰਚ ਬਣ ਗਏ, ਪਿੰਡ ਵਾਲਿਆਂ ਸਾਥ ਦਿੱਤਾ। ਸਾਨੂੰ ਤੁਹਾਡੀ ਪੜ੍ਹਾਈ ਦਾ ਤਾਂ ਫਾਇਦਾ ਜੇ ਤੁਸੀਂ ਬਾਅਦ 'ਚ ਵੀ ਕੋਈ ਕੰਮ ਕੀਤਾ ਪਿੰਡ ਦਾ। ਜਾਣੀ ਮੈਂ ਦੇਖ ਰਿਹਾ ਸੀ ਤੁਹਾਡੀਆਂ ਬਹੁਤ ਸਾਰੀਆਂ ਖਬਰਾਂ ਲੱਗਦੀਆਂ ਸੀ, ਅਵਾਰਡ ਮਿਲੇ, ਉਹ ਕੀ ਕਹਾਣੀ ਹੈ? ਕਿੰਨੇ ਅਵਾਰਡ ਹੁਣ ਤੱਕ ਮਿਲੇ? ਕਿਉਂਕਿ ਜਲੰਧਰ ਦੀ ਸਰਪੰਚ ਯੂਨੀਅਨ ਦੇ ਵੀ ਤੁਸੀਂ ਪ੍ਰਧਾਨ ਹੋ, ਉੱਧਰਲੇ ਪਾਸੇ ਬਾਅਦ ਵਿੱਚ ਆਉਂਦੇ ਆ। ਜਾਣੀ ਸਰਕਾਰਾਂ ਨੇ ਤੁਹਾਨੂੰ ਕੀ ਦਿੱਤਾ ਇੱਕ ਪੜ੍ਹੇ ਲਿਖੇ ਸਰਪੰਚ ਨੂੰ, ਅਤੇ ਕਿਉਂ ਦਿੱਤਾ? ਜੀ, ਗੱਲ ਸਰ ਜਿਵੇਂ ਤੁਸੀਂ ਕੀਤਾ ਕਿ ਤੁਹਾਡੀ ਪੜ੍ਹਾਈ ਦਾ ਸਾਨੂੰ ਕੀ ਫਾਇਦਾ ਜੀ। ਜਦੋਂ ਮੈਂ ਪਿੰਡ ਦੇ ਵਿੱਚ ਦੇਖਿਆ ਕਿ ਸਭ ਤੋਂ ਪਹਿਲਾਂ ਮੈਂ ਪਿੰਡ ਦੇ ਵਿੱਚ ਸਰਵੇ ਸਰ ਆਪ ਕੀਤਾ। ਅੱਛਾ ਜੀ। ਉਹ ਲੈਵਲਿੰਗ ਪਿੰਡ ਦੇ ਵਿੱਚ ਇਹ ਕੀਤੀ। ਸਾਡੇ ਪਿੰਡ ਦੇ ਵਿੱਚ ਸਰ 3 ਛੱਪੜ ਆ। ਠੀਕ ਹੈ। ਅਤੇ ਅਸੀਂ ਇਹ ਦੇਖਿਆ ਕਿ ਪਾਣੀ ਦਾ ਜਿਹੜਾ ਢਲਾਣ ਆ ਉਹ ਕਿੱਧਰ ਨੂੰ ਆ, ਅਤੇ ਉਹ ਲੈਵਲ ਕੀਤਾ ਅਤੇ 10 ਦਿਨ ਸਾਨੂੰ ਪਿੰਡ ਦੇ ਵਿੱਚ ਲੈਵਲ ਕਰਨ ਨੂੰ ਲੱਗੇ। ਠੀਕ ਹੈ। ਅਤੇ ਫਿਰ ਅਸੀਂ ਇੱਕ ਜਿੱਥੇ ਮੇਨ ਛੱਪੜ ਸੀ ਪਿੰਡ ਦਾ, ਜਿਹੜੀ ਪੰਚਾਇਤੀ ਜ਼ਮੀਨ ਹੁੰਦੀ ਛੱਪੜ ਦੇ ਲਈ ਛੱਡੀ, ਅਤੇ ਅਸੀਂ ਫਿਰ ਉੱਧਰ ਨੂੰ ਪਾਣੀ ਦਾ ਵਹਾਅ ਕੀਤਾ ਜੀ। ਉਹ ਗ੍ਰੈਵਿਟੀ ਦੇ ਹਿਸਾਬ ਦੇ ਨਾਲ, ਅਸੀਂ ਸਲੋਪ ਦੇ ਹਿਸਾਬ ਦੇ ਨਾਲ ਜੀ ਅਸੀਂ ਫਿਰ ਸੀਚੇਵਾਲ ਮਾਡਲ ਬਣਾਇਆ ਜੀ। ਸੰਤ ਸੀਚੇਵਾਲ ਜੀ ਸਾਡੇ ਨਾਲ ਆਏ ਉਦੋਂ, ਅਤੇ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਉਹ ਕੰਮ ਚੱਲਿਆ ਜੀ। ਅਤੇ ਅਸੀਂ 3 ਛੱਪੜਾਂ ਨੂੰ ਇੱਕ ਕਰਕੇ ਅਤੇ ਉਹ ਪਾਣੀ ਜਿਹੜਾ ਹੈ ਉਹ ਖੇਤੀ ਦੇ ਲਈ ਅਸੀਂ ਵਰਤਾਂਗੇ। ਹਜੇ ਉਹ ਸਾਡਾ ਜਿਹੜਾ 70% ਕੰਮ ਕੰਪਲੀਟ ਹੋ ਗਿਆ ਜੀ, 30% ਹਜੇ ਚੱਲਦਾ ਪਿਆ ਹੈ ਜੀ। ਠੀਕ ਹੈ ਜੀ। ਰਨਿੰਗ ਚੱਲਦਾ? ਰਨਿੰਗ ਦੇ ਵਿੱਚ। ਠੀਕ ਹੈ ਜੀ। ਅੱਛਾ, ਹਾਂਜੀ ਪਲੀਜ਼। ਅਤੇ ਉਸ ਤੋਂ ਬਾਅਦ ਸਰ ਅਸੀਂ ਜਿਹੜਾ ਸਾਡਾ ਸਕੂਲ ਆ ਪ੍ਰਾਇਮਰੀ ਸਕੂਲ, ਉਹ ਬਹੁਤ ਨੀਵਾਂ ਆ ਜੀ। ਅਤੇ ਉੱਥੇ ਜਦੋਂ ਬਾਰਿਸ਼ ਹੁੰਦੀ ਸੀਗੀ ਅਤੇ ਉਹ ਸਕੂਲ ਦੇ ਵਿੱਚ ਛੁੱਟੀਆਂ ਕਰਨੀਆਂ ਪੈਂਦੀਆਂ ਸੀ। ਅਤੇ ਅਸੀਂ ਫਿਰ ਉੱਥੇ ਦੇਖਿਆ ਕਿ ਮੈਂ ਜਿਹੜੀ ਇੰਜੀਨੀਅਰਿੰਗ ਉੱਥੇ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ, ਵਾਟਰ ਹਾਰਵੈਸਟਿੰਗ ਸਿਸਟਮ। ਠੀਕ ਹੈ। ਫਿਰ ਅਸੀਂ ਇੱਕ 10 ਫੁੱਟ ਦਾ ਟੋਆ ਪੱਟਿਆ, ਖੂਹ ਪੱਟਿਆ, ਉਹਦੇ ਵਿੱਚ ਅਸੀਂ ਬੋਰ ਕੀਤਾ। ਫਿਰ ਉਹਦੇ ਵਿੱਚ ਅਸੀਂ ਰੇਤਾ ਅਤੇ ਹੋਰ ਗਟਕਾ ਵਗੈਰਾ ਪਾ ਕੇ
ਤੇ ਬੋਰ ਕਰਕੇ ਅਸੀਂ ਪਾਣੀ ਜਿਹੜਾ ਮੀਂਹ ਦਾ ਸੀਗਾ ਤੇ ਉਹ ਮਤਲਬ ਜਿੰਨਾ ਸੀਗਾ ਨਾ ਉਹ ਪਾਈਪਲਾਈਨ ਪਾ ਕੇ ਉਸ ਖੂਹ ਦੇ ਵਿੱਚ ਲਿਆ ਕੇ ਸਿੱਟਿਆ। ਪਾਣੀ ਧਰਤੀ 'ਚ ਜਾਂਦਾ ਜੀ, ਅਜੇ ਚੱਲਦਾ ਕੰਮ? ਚੱਲਦਾ ਨਹੀਂ ਜੀ, ਉਹ ਰਨਿੰਗ ਦੇ ਵਿੱਚ ਹੀ ਆ। ਅੱਛਾ ਜੀ। ਉਹ ਤਕਰੀਬਨ ਸਾਡਾ 2 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਪਾਸ ਹੋ ਗਿਆ ਸੀ ਜੀ। ਠੀਕ ਹੈ ਜੀ। ਸਾਰਾ ਕਲੀਅਰ ਹੋ ਗਿਆ ਸੀ। ਨਹੀਂ, ਉਹ ਪਾਣੀ ਹੁਣ ਮੀਂਹ ਦਾ ਆਉਂਦਾ ਧਰਤੀ ਹੇਠ ਜਾਂਦਾ? ਜੀ ਸਰ ਜੀ, ਬਿਲਕੁਲ। ਮੈਂ ਦੇਖਣ ਆ ਜਾਣਾ। ਹਾਂਜੀ 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 ਸਰ, ਤੁਸੀਂ ਮੇਰੇ ਫੇਸਬੁੱਕ ਅਕਾਊਂਟ ਤੇ ਵੀ ਦੇਖ ਸਕਦੇ, ਰਨਿੰਗ ਦੇ ਵਿੱਚ। ਰਨਿੰਗ ਦੇ ਵਿੱਚ, ਠੀਕ ਹੈ। ਅੱਛਾ, ਹੁਣ ਜਦੋਂ ਉੱਥੇ ਮੀਂਹ ਪੈਂਦਾ ਤਾਂ ਫਿਰ ਨਿਆਣੇ ਬਹੁਤ ਔਖੇ ਹੋਣੇ ਕਿ ਅੱਗੇ ਤਾਂ ਛੁੱਟੀ ਹੋ ਜਾਂਦੀ ਸੀ ਮੀਂਹ ਦੇ ਪਾਣੀ ਕਰਕੇ, ਸਰਪੰਚ ਸਾਹਿਬ ਨੇ ਕੰਮ ਹੀ ਦੂਸਰਾ ਕਰਤਾ। ਬਿਲਕੁਲ ਜੀ। ਅੱਛਾ, ਸੰਭਵ ਹੈ ਜੇ ਬਾਕੀ ਪਿੰਡਾਂ ਦੇ ਸਰਪੰਚ ਇਹ ਪ੍ਰੋਜੈਕਟ, ਕਿਉਂਕਿ ਇਹ ਮਸਲਾ ਇਹ ਨਹੀਂ ਕਿ ਤੁਸੀਂ ਸਕੂਲ ਦਾ ਪਾਣੀ ਜਿਹੜਾ ਥੱਲੇ, ਸਾਨੂੰ ਤਾਂ ਪਾਣੀ ਥੱਲੇ ਲੋੜ ਬਹੁਤ ਹੈ, ਪੱਧਰ ਥੱਲੇ ਜਾਈ ਜਾਂਦਾ। ਇਹ ਪ੍ਰੋਜੈਕਟ ਜਦੋਂ ਤੁਹਾਡੇ ਮਨ 'ਚ ਆਇਆ ਕਿ ਸਕੂਲੇ ਪਾਣੀ ਖੜਦਾ, ਤੁਸੀਂ ਇੰਜੀਨੀਅਰਿੰਗ ਆਪਣੀ ਅਪਲਾਈ ਕੀਤੀ, ਜੇ ਕਿਸੇ ਹੋਰ ਪਿੰਡ ਦੇ ਸਰਪੰਚ ਦਾ ਮਨ ਕਰਦਾ ਹੋਵੇ ਕਿ ਭਾਈ ਅਸੀਂ ਇਹ ਪ੍ਰੋਜੈਕਟ ਲਿਆਉਣਾ, ਕਿਹੜੇ ਡਿਪਾਰਟਮੈਂਟ ਨਾਲ ਸੰਪਰਕ ਕਰਨਾ ਪੈਂਦਾ, ਕਿੱਥੋਂ ਗ੍ਰਾਂਟ ਮਿਲਦੀ ਹੈ, ਕਿੱਥੋਂ ਪਤਾ ਲੱਗਦਾ? ਸਰ ਮੇਨਲੀ ਜਿਹੜਾ ਪੰਚਾਇਤਾਂ ਡਿਪਾਰਟਮੈਂਟ ਹੁੰਦਾ ਉਹ ਬਲਾਕ BDPO ਆਫਿਸ ਹੁੰਦਾ, ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ ਉਹ ਹੁੰਦਾ, ਜਾਂ ਮਨਰੇਗਾ ਅਫਸਰ ਹੁੰਦੇ ਆ ਜੀ। ਅਸੀਂ ਸਿੱਧੇ ਤੌਰ ਦੇ ਉੱਤੇ ਇਹਨਾਂ ਦਫ਼ਤਰਾਂ ਦੇ ਨਾਲ ਹੀ ਜੁੜੇ ਹੁੰਦੇ ਆ। ਠੀਕ ਹੈ ਜੀ। ਪਰ ਦੁਖਾਂਤ ਇਹ ਆ ਕਿ ਬਹੁਤੇ ਅਫਸਰ ਇਹਨਾਂ ਕੰਮਾਂ ਵੱਲ ਘੱਟ ਧਿਆਨ ਦਿੰਦੇ ਆ। ਅੱਜ ਸਾਡਾ ਪੰਜਾਬ ਜਾਂ ਸਾਡਾ ਪੂਰਾ ਦੇਸ਼ ਜਿਹੜਾ ਉਹ ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝਿਆ ਪਿਆ ਹੈ ਜੀ। ਠੀਕ ਹੈ। ਨਵੇਂ ਪ੍ਰੋਜੈਕਟਾਂ ਨੂੰ ਰੀਜ਼ਨ ਇਹ ਹੁੰਦਾ, ਇੱਕ ਤਾਂ ਇਹਨਾਂ ਦੇ ਐਸਟੀਮੇਟ ਨਹੀਂ ਲੱਗਦੇ ਜੀ, ਜਲਦੀ ਛੇਤੀ ਨਹੀਂ ਲੱਗਦੇ ਹੈਗੇ। ਦੂਸਰਾ ਇਹ ਆ ਕਿ ਨਵਾਂ ਪ੍ਰੋਜੈਕਟ ਹੋਣ ਕਰਕੇ ਸਾਰਿਆਂ ਨੂੰ ਇੱਕ ਡਰ ਹੁੰਦਾ ਕਿ ਮਤਲਬ ਇਹਦੇ ਵਿੱਚ ਕੀ ਹੋਊਗਾ, ਕਿੱਦਾਂ ਹੋਊਗਾ, ਅਸੀਂ ਫਸ ਨਾ ਜਾਈਏ। ਸੋ ਉਹ ਇਹੀ ਕਹਿੰਦੇ ਕਿ ਛੱਡੋ ਇਹ ਪ੍ਰੋਜੈਕਟ ਦੇ ਵਿੱਚ ਤੁਹਾਨੂੰ ਕੀ ਫਾਇਦਾ, ਰਿਪੇਅਰ ਪੂਰਾ ਵਾਲਾ ਕੰਮ ਕਰਾ ਲਓ ਬਸ, ਠੀਕ ਹੈ ਬਸ। ਅੱਛਾ, ਇੱਕ ਮੈਨੂੰ ਦੱਸਿਓ, ਜੋ ਮੈਂ ਵੀ ਪੋਲੀਟੀਕਲ ਸਾਇੰਸ ਉਹ ਸਾਰਾ ਕੁਛ ਪੜ੍ਹਿਆ ਜਦੋਂ ਕਾਲਜ ਯੂਨੀਵਰਸਿਟੀ ਪੜ੍ਹਦਾ ਸੀ, ਉਹਦੇ ਵਿੱਚ ਤਾਂ ਅਸੀਂ ਪੜ੍ਹਦੇ ਹੁੰਦੇ ਕਿ ਪੰਚਾਇਤਾਂ ਦੇ ਕੋਲ ਤਾਂ ਅਧਿਕਾਰ ਹੀ ਬੜੇ ਆ। ਜਾਣੀ ਮੈਂ ਮੰਨ ਕੇ ਚੱਲਦਾ ਕਿ ਤੁਸੀਂ ਜੇ ਇਹ ਧਰਤੀ ਦੇ ਵਿੱਚ ਪਾਣੀ ਜੀਰਨ ਵਾਲਾ ਪ੍ਰੋਜੈਕਟ ਲਾਉਣਾ ਜਾਂ ਕੋਈ ਵੀ ਲਾਉਣਾ, ਤੁਸੀਂ ਇੱਕ ਮਤਾ ਪਾਇਆ ਪੰਚਾਇਤੀ ਰਜਿਸਟਰ 'ਚ, ਪੰਚ ਸਾਹਿਬਾਨ ਨੇ ਸਾਈਨ ਕੀਤੇ, ਤੁਹਾਡੇ ਮੋਹਰ ਲੱਗੀ, ਦਸਖਤ ਹੋਏ, ਤੁਸੀਂ ਜਾ ਕੇ BDPO ਦਫ਼ਤਰ ਦੇਤਾ, ਤੇ ਇੱਦਾਂ ਕਿੱਦਾਂ ਹੋ ਸਕਦਾ ਕਿ ਐਸਟੀਮੇਟ ਲੇਟ ਹੋ ਜਾਵੇ? ਉਹ ਤਾਂ ਅਗਲੇ ਦਿਨ ਹੀ ਆਉਣੇ ਚਾਹੀਦੇ ਆ। ਤੁਹਾਡੇ ਕੋਲ ਅਧਿਕਾਰ ਆ ਪੰਚਾਇਤਾਂ ਕੋਲ ਸਾਰੇ। ਜੀ ਬਿਲਕੁਲ ਸਰ, ਜਦੋਂ ਦਾ ਪੋਲੀਟੀਕਲੀ ਪ੍ਰੈਸ਼ਰ ਵਧਿਆ ਜੀ, ਜਦੋਂ ਵੱਖ-ਵੱਖ ਪਾਰਟੀਆਂ ਆਉਂਦੀਆਂ ਜੀ, ਕਈ ਜਗ੍ਹਾ ਤੋਂ ਇਹ ਮੁਮਕਿਨ ਨਹੀਂ ਹੁੰਦਾ ਕਿ ਸਾਰੇ ਇੱਕੋ ਪਾਰਟੀ ਦੇ MLA ਜਿੱਤਣ ਜੀ। ਅਲੱਗ-ਅਲੱਗ MLA ਅਲੱਗ-ਅਲੱਗ ਖੇਤਰਾਂ ਦੇ ਵਿੱਚ ਜਿੱਤਦੇ ਆ, ਤੇ ਪਰ ਦੁਖਾਂਤ ਇਹੀ ਹੈ ਜੀ ਕਿ ਉਹ ਜਿੱਤੇ ਹੋਏ MLA ਨੂੰ ਤਰਜੀਹ ਨਹੀਂ ਦਿੱਤੀ ਜਾਂਦੀ। ਜਿੱਥੇ ਉਹਨਾਂ ਦੇ MLA ਜਿੱਤਦੇ ਆ, ਲੀਡਰਸ਼ਿਪ ਦੀ ਜਿਹੜੀ ਕੁਆਲਿਟੀ ਉਹ ਘਟ ਗਈ ਹੈ ਜੀ। ਠੀਕ ਹੈ ਜੀ। ਉਹਨਾਂ ਨੇ ਉਸ ਇਲਾਕੇ ਦਾ ਵਿਕਾਸ ਕਰਨਾ ਹੀ ਛੱਡ ਦੇਣਾ ਜੀ। ਸਰਕਾਰਾਂ ਛੱਡੇ ਦਿੰਦੀਆਂ, ਰਹਿਣ ਦਿਓ ਜੀ। ਹਾਂਜੀ, ਕਿ ਇਹਨਾਂ ਨੇ ਵੋਟ ਹੀ ਨਹੀਂ ਸਾਡੀ ਪਾਰਟੀ ਨੂੰ ਪਾਈ। ਠੀਕ ਹੈ ਜੀ। ਇੱਕ ਤਾਂ ਵੱਡਾ ਕਾਰਨ ਇਹ ਆ। ਦੂਸਰਾ ਕਾਰਨ ਇਹ ਆ ਜੀ ਕਿ ਜਦੋਂ ਅਸੀਂ ਪ੍ਰੋਜੈਕਟ ਲੈ ਕੇ ਜਾਈਏ, ਇੱਕ ਮਤਾ ਪਾ ਦਿੱਤਾ, ਅੱਗੇ ਹੁੰਦਾ ਇਹ ਮੁੱਢਲੀ ਸਰਕਾਰ ਕਿਹਾ ਜਾਂਦਾ, ਸਥਾਨਕ ਸਰਕਾਰ ਵੀ ਕਿਹਾ ਜਾਂਦਾ। ਇਹ ਇੱਕ ਲੋਕਤੰਤਰ ਦਾ ਬਹੁਤ ਵੱਡਾ ਥੰਮ ਹੀ ਆ ਕਿ ਜਿਹੜੀ ਸਰਕਾਰ ਹੈ ਉਹ ਪਿੰਡਾਂ ਤੋਂ ਸ਼ੁਰੂ ਹੁੰਦੀ ਹੈ ਜੀ। ਪਰ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ, ਪਿੰਡਾਂ ਦੀ ਸਭ ਤੋਂ ਬੱਤਰ ਹਾਲਤ ਹੈ ਜੀ। ਠੀਕ ਹੈ। ਉਹਨਾਂ ਦੇ ਜਿਹੜੇ ਕੰਮਾਂ ਨੂੰ ਬਹੁਤ ਘੱਟ ਤਰਜੀਹ ਦਿੱਤੀ ਜਾਂਦੀ ਹੈ। ਐਸਟੀਮੇਟ ਸਾਡੇ ਤਾਂ ਪਾਸ ਹੀ ਨਹੀਂ ਹੁੰਦੇ। ਅੱਛਾ, ਐਸਟੀਮੇਟ ਦੇਣ ਨੂੰ ਪਾਸ ਹੀ ਨਹੀਂ ਹੁੰਦੇ ਜੀ। ਇੱਕ ਮੈਂ ਐਗਜ਼ਾਮਪਲ ਦਿੰਦਾ ਜੀ, ਸਾਡੇ ਪਿੰਡ ਦੇ ਵਿੱਚ ਸਾਡੇ ਬਜ਼ੁਰਗ ਸੀ, ਹਰਬੰਸ ਲਾਲ ਜੀ ਸੀ, ਹਰਬੰਸ ਸਿੰਘ ਜੀ ਸੌਰੀ, ਉਹ ਸਰਪੰਚ ਸੀਗੇ। ਅੱਜ ਤੋਂ 30-35 ਸਾਲ ਪਹਿਲਾਂ ਉਹਨਾਂ ਨੇ ਇੱਕ ਸਿਹਤ ਸੇਵਾਵਾਂ ਦੇ ਲਈ ਉਹਨਾਂ ਨੇ ਹਸਪੀਟਲ ਖੋਲ੍ਹਣ ਦੇ ਲਈ ਇੱਕ ਪਹਿਲ ਕੀਤੀ ਸੀ ਜੀ। ਤੇ ਪਿੰਡ ਦੇ ਵਿੱਚੋਂ ਉਹਨਾਂ ਨੇ 3.5 ਖੇਤ ਜਿਹੜੇ ਸੀਗੇ ਕਿ ਉਹ ਲਗਾਏ ਸੀ ਕਿ ਹਸਪੀਟਲ ਬਣ ਜਾਵੇ। ਅੱਛਾ, ਉਹਨਾਂ ਨੇ ਕਿਹਾ ਕਿ ਪਿੰਡ ਦੀ 3.5 ਏਕੜ ਜ਼ਮੀਨ ਵੀ ਦੇਵਾਂਗੇ ਜੀ। ਮਤਾ ਪਾਇਆ ਜੀ 35 ਸਾਲ ਪਹਿਲਾਂ ਜੀ। ਉਹ ਗਿਆ ਉੱਪਰਲੇ ਪਾਸੇ, ਮਤਾ ਉੱਪਰ ਗਿਆ ਜੀ, ਉਹਦਾ ਥੱਲੇ ਨਹੀਂ ਆਇਆ। ਉਹਦਾ ਐਸਟੀਮੇਟ ਵੀ ਲੱਗਾ ਸਰ। ਅੱਛਾ ਜੀ। ਉਹਦਾ ਐਸਟੀਮੇਟ ਵੀ ਲੱਗਾ, ਸਾਰਾ ਕੁਝ ਹੋਇਆ, ਉਹਦੀ ਮੇਜਰਮੈਂਟ ਵਗੈਰਾ ਵੀ ਹੋਈ, ਪਰ ਅੱਜ ਤੱਕ ਉਹ ਸਾਡੇ ਉੱਥੇ ਪਿੰਡ ਤੱਕ ਨਹੀਂ ਬਣ ਸਕਿਆ। ਦੇਖੋ, ਗੱਲ ਇਹੀ ਆ, ਕਿਤੇ ਨਾ ਕਿਤੇ ਸਰਕਾਰਾਂ ਸਿੱਧੇ ਤੌਰ ਤੇ ਤਾਂ ਜ਼ਿੰਮੇਵਾਰ ਹੈਗੀਆਂ। ਇਹ ਸਾਰਾ ਭਾਂਡਾ ਜਿਹੜਾ ਇੱਕ ਪੰਚਾਇਤਾਂ ਦੇ ਫੁੱਟ ਜਾਂਦਾ, ਪੰਚਾਇਤ ਕੁਛ ਨਹੀਂ ਕਰਦੀ। ਪੰਚਾਇਤਾਂ ਬਹੁਤ ਕੁਛ ਕਰਨਾ ਚਾਹੁੰਦੀਆਂ, ਪਰ ਸਾਡਾ ਜਿਹੜਾ ਇੱਕ ਮੈਸੇਜ ਆ ਉਹ ਪਿੰਡ ਦੀ ਪੰਚਾਇਤ ਤੋਂ ਲੈ ਕੇ ਉਹ ਉੱਪਰਲੀ ਸਰਕਾਰ ਤੱਕ ਜਾਂਦੇ ਇਹ ਇੱਕ ਜਿਹੜਾ ਗੈਪ ਆ ਜੀ, ਇਹ ਬਹੁਤ ਵੱਡਾ ਪਾੜਾ ਆ। ਅੱਛਾ ਸਰਪੰਚ ਸਾਹਿਬ, ਮੈਂ ਇੱਕ ਇੱਥੇ ਬੇਨਤੀ ਕਰਨੀ। ਮੰਨ ਲਓ ਕਿ 35 ਸਾਲ ਪਹਿਲਾਂ ਹਰਬੰਸ ਸਿੰਘ ਜੀ ਨੇ ਮਤਾ ਪਾਤਾ ਵੀ ਅਸੀਂ 3.5 ਏਕੜ ਜ਼ਮੀਨ ਦਿੰਦੇ, ਸਾਡੇ ਲੋਕਾਂ ਨੂੰ ਲਾ ਚਾਹੀਦਾ, ਹਸਪਤਾਲ ਖੋਲ੍ਹੋ। ਐਸਟੀਮੇਟ ਲੱਗ ਗਿਆ, ਮੁੜ ਕੇ ਪਤਾ ਹੀ ਨਹੀਂ ਕਿੱਥੇ ਆ। ਤੁਸੀਂ ਤਾਂ ਪੜ੍ਹੇ ਲਿਖੇ ਸਰਪੰਚ ਸੀ, ਤੁਸੀਂ ਕੋਈ ਉਹਦਾ ਕੋਈ ਯਾਦ ਪੱਤਰ, ਕੋਈ ਮੰਗ ਪੱਤਰ, ਕੋਈ ਪੰਚਾਇਤੀ ਰਜਿਸਟਰ 4 ਅੱਖਰ ਲਿਖ ਕੇ ਉੱਪਰ ਭੇਜੇ? ਜੀ ਬਿਲਕੁਲ ਸਰ, ਅਸੀਂ 2016 ਦੇ ਵਿੱਚ ਵੀ ਉਹ ਫਾਈਲ ਦੁਬਾਰਾ ਕਢਵਾਈ ਜੀ। ਠੀਕ ਹੈ ਜੀ। ਜਦੋਂ ਮੈਂ ਸਰਪੰਚ ਨਹੀਂ ਸੀ, ਪਿਛਲੀ ਪੰਚਾਇਤ ਦੇ ਨਾਲ ਰਲ ਕੇ ਅਸੀਂ 2016 ਦੇ ਵਿੱਚ ਉਹ ਫਾਈਲ ਕਢਵਾਈ। ਫਿਰ ਜਦੋਂ 2019 ਦੇ ਵਿੱਚ ਅਸੀਂ ਫਿਰ ਇੱਕ ਰਿਮਾਈਂਡਰ ਪਾਇਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਹਸਪੀਟਲ ਬਣਨ ਵਾਲਾ ਜੀ, ਪਰ ਉਹ ਨਹੀਂ ਖੁੱਲ੍ਹ ਰਿਹਾ।
ਉੱਥੇ ਹੀ ਖੜਾ ਹੈ ਕੰਮ, ਉੱਥੇ ਖੜਾ ਹੈ ਜੀ ਕੰਮ। ਕਿਸੇ ਐਮਐਲਏ ਨੂੰ ਮੰਤਰੀ ਨੂੰ ਕਹਿ ਲਓ ਕੰਮ ਉੱਥੇ ਹੀ ਖੜਾ ਹੈ, ਉੱਥੇ ਖੜਾ ਜੀ। ਉਹ ਬਸ ਇਹ ਕਹਿ ਦਿੰਦੇ ਕਿ ਹੋ ਜਾਊਗਾ ਸਰਪੰਚ ਸਾਹਿਬ, ਕੋਈ ਗੱਲ ਨਹੀਂ, ਤੁਸੀਂ ਇੱਕ ਲੈਟਰ ਦੇ ਦਿਓ। ਉਹ ਫਾਈਲਾਂ ਚੰਡੀਗੜ੍ਹ ਪਹੁੰਚ ਜਾਂਦੀਆਂ, ਪਰ ਚੰਡੀਗੜ੍ਹ ਪਹੁੰਚ ਕੇ ਕਿਹੜੇ ਖੂੰਜੇ ਉਹ ਸਾਨੂੰ ਵੀ ਨਹੀਂ ਪਤਾ ਲੱਗਦਾ ਜੀ। ਅੱਛਾ ਸਰਪੰਚ ਸਾਹਿਬ, ਅਵਾਰਡ ਜਿਹੜੇ 2-3 ਤੁਹਾਨੂੰ ਮਿਲੇ ਉਹਨਾਂ ਦਾ ਦੱਸੋ, ਫਿਰ ਮੈਂ ਥੋੜ੍ਹੇ ਜਿਹੇ ਤਿੱਖੇ ਸਵਾਲ ਕਰਨੇ ਆ। ਮੈਂ ਇਹਨੂੰ ਹੁੰਦਾ ਨਾ ਕਿ ਪਹਿਲਾਂ ਆਣ ਕੇ ਘਰੇ ਚਾਹ ਚੂ ਪਿਲਾ ਕੇ ਬਿਠਾ ਕੇ ਜਰਾ ਚੰਗੇ ਤਰੀਕੇ ਫਿਰ ਗੱਲ ਕਰਨੀ। ਤੁਹਾਡੀਆਂ ਤਸਵੀਰਾਂ ਅਖਬਾਰਾਂ ਦੇ ਵਿੱਚ ਬਹੁਤ ਛਪੀਆਂ, ਕੇਂਦਰ ਸਰਕਾਰ ਤੱਕ ਨੇ ਤੁਹਾਨੂੰ ਅਵਾਰਡ ਦਿੱਤੇ, ਉਹ ਅਵਾਰਡ ਕਿਹੜੇ ਨੇ? ਸਰ ਇੱਕ ਤਾਂ ਸੀਗਾ ਹਾਈਲੀ ਐਜੂਕੇਟਿਡ ਆਈਡੀਅਲ ਯੁਵਾ ਸਰਪੰਚ। ਠੀਕ ਹੈ ਜੀ। ਉਹਦੇ ਵਿੱਚ ਇਹ ਸੀ ਕਿ ਮੈਂ ਪੜ੍ਹਿਆ ਲਿਖਿਆ ਜ਼ਿਆਦਾ ਹੋਣ ਕਰਕੇ ਐਮਟੈਕ ਕੀਤੀ ਆ, ਤੇ ਬਾਕੀ ਜਿਹੜੇ ਇੰਜੀਨੀਅਰਿੰਗ ਨਾਲ ਅਪਲਾਈ ਜਿਹੜੇ ਆਪਾਂ ਕੰਮ ਜਿਹੜੇ ਪਿੰਡ ਦੇ ਵਿੱਚ ਕੀਤੇ, ਇਹ ਉਸ ਰਿਗਾਰਡਿੰਗ ਸਰ ਮੈਨੂੰ ਮਿਲਿਆ। ਕਿੰਨੇ ਦਿੱਤਾ ਸੀ ਅਵਾਰਡ ਉਹ? ਇਹ ਸਰ ਇੰਡੀਅਨ ਸਟੂਡੈਂਟ ਪਾਰਲੀਮੈਂਟ ਸੀ, ਉਹਨਾਂ ਨੇ ਦਿੱਤਾ ਸੀ। ਉਹਦੇ ਵਿੱਚ ਉਸ ਸਮੇਂ ਮੌਜੂਦ ਸੀ ਰਾਘਵ ਚੱਡਾ ਜੀ, ਮੌਜੂਦ ਸੀ ਸੰਜੇ ਕੁਮਾਰ ਜੀ ਸੀ, ਤੇ ਹੋਰ ਕੇਂਦਰੀ ਮੰਤਰੀ ਜਿਹੜੇ ਸੀਗੇ ਸੈਂਟਰ ਸਰਕਾਰ ਦੇ ਮਿਨਿਸਟਰ। ਸਰਕਾਰ ਦੇ, ਹਾਂਜੀ, ਉਹ ਉਸ ਸਮੇਂ ਮੌਜੂਦ ਸੀਗੇ। ਠੀਕ ਹੈ ਜੀ। ਦੂਸਰਾ ਅਵਾਰਡ ਜੀ ਕੋਈ? ਦੂਸਰਾ ਸਰ ਮੈਂ ਯੂਥ ਬਲੱਡ ਡੋਨਰ ਆਰਗੇਨਾਈਜੇਸ਼ਨ ਦੇ ਨਾਲ ਜੁੜਿਆ ਆ। ਇਹਦੇ ਵਿੱਚ ਅਸੀਂ ਜਿਹੜੇ ਜ਼ਰੂਰਤਮੰਦ ਆ ਹਨਾ, ਉਹਨਾਂ ਨੂੰ ਅਸੀਂ ਖੂਨ ਮੁਹੱਈਆ ਕਰਵਾਈਦਾ। ਜਾਂ ਅੱਜ ਕੱਲ੍ਹ ਡੇਂਗੂ ਦਾ ਸੀਜ਼ਨ ਚੱਲਦਾ, ਉੱਥੇ ਐਸਡੀਪੀ ਜ਼ਰੂਰੀ ਹੁੰਦੀ ਆ, ਉਹ ਪਲੇਟਲੈਟ ਸੈੱਲ ਜਿਹਨਾਂ ਨੂੰ ਆਪਾਂ ਕਹਿੰਦੇ ਸੈੱਲ ਚਾਹੀਦੇ ਆ, ਹਾਂਜੀ। ਤੇ ਉਹ ਐਮਰਜੈਂਸੀ ਦੇ ਵਿੱਚ ਅਸੀਂ ਜਿਹੜੇ ਆ ਯਾਰ ਦੋਸਤ ਸਾਡੇ, ਅਸੀਂ ਉਹਨਾਂ ਨੂੰ ਅਰੇਂਜ ਕਰਕੇ ਉੱਥੇ ਐਮਰਜੈਂਸੀ ਕੇਸ ਦੇ ਵਿੱਚ ਭੇਜੀਦਾ। ਇਹ ਸਰਪੰਚ ਬਣਨ ਤੋਂ ਪਹਿਲਾਂ ਕਰਦੇ ਸੀ ਕਿ ਬਾਅਦ ਚ ਵੀ ਕੀਤਾ? ਇਹ ਸਰ ਪਹਿਲਾਂ ਕਰਦੇ। ਇਹ ਹੁਣ ਬੰਦ ਕਰਤਾ? ਨਹੀਂ ਚੱਲਦਾ ਪਿਆ ਸਰ। ਨਹੀਂ, ਮੈਂ ਕਿਹਾ ਕਿ ਸਰਪੰਚ ਬਣਨ ਲਈ ਤਾਂ ਨਹੀਂ ਸੀ ਕਰਦੇ? ਨਹੀਂ ਸਰ, ਇਹ ਸਰ ਮੈਂ 2011 ਤੋਂ ਸ਼ੁਰੂ ਕੀਤਾ। ਉਦੋਂ ਮੇਰੇ ਮਾਤਾ ਜੀ ਜਿਹੜੇ ਸੀਗੇ ਉਹ ਪੂਰੇ ਹੋ ਗਏ ਸੀਗੇ। ਠੀਕ ਹੈ ਜੀ। ਉਸ ਵੇਲੇ ਮੇਰਾ ਕੋਈ ਯਾਰ ਦੋਸਤ ਵੀ ਮੇਰੇ ਨਾਲ ਨਹੀਂ ਖੜਾ ਸੀ, ਕਿਉਂਕਿ ਉਦੋਂ ਇਹ ਸੀਗਾ ਕਿ ਘਰ ਦੀਆਂ ਮਾਵਾਂ ਵੀ ਇਹ ਕਹਿੰਦੀਆਂ ਕਿ ਪੁੱਤ ਖੂਨ ਨਹੀਂ ਦੇਣਾ, ਅਵੇਅਰਨੈਸ ਹੈ ਨਹੀਂ ਸੀ। ਤੇ ਮੇਰੇ ਕੋਲ ਉੱਥੇ ਚੰਡੀਗੜ੍ਹ ਕੋਈ ਨਹੀਂ ਪਹੁੰਚਿਆ ਸੀ ਜੀ ਬਲੱਡ ਦੇਣ ਦੇ ਲਈ। ਫਿਰ ਉਸ ਤੋਂ ਬਾਅਦ ਮੈਂ ਬਹੁਤ ਨਿਰਾਸ਼ ਹੋ ਗਿਆ, ਮੈਂ ਯਾਰਾਂ ਦੋਸਤਾਂ ਨੂੰ ਵੀ ਬੁਲਾਉਣਾ ਛੱਡ ਦਿੱਤਾ। ਮੇਰੇ ਫਾਦਰ ਸਾਹਿਬ ਬਹੁਤ ਧਾਰਮਿਕ ਵਿਰਸੇ ਵਾਲੇ ਸੀ ਜੀ। ਉਹਨਾਂ ਨੇ ਮੈਨੂੰ ਕਿਹਾ ਬੇਟਾ ਤੂੰ ਸਮਾਜ ਦੇ ਵਿੱਚ ਜਾ, ਲੋਕਾਂ ਦੇ ਵਿੱਚ ਜਾ। ਤੇ ਮੈਂ ਇਹੀ ਗੱਲ ਕਰਦਾ ਹੁੰਦਾ, ਡੈਡੀ ਜੀ ਮੇਰੇ ਨਾਲ ਜੇਕਰ ਕੋਈ ਖੜਾ ਹੀ ਨਹੀਂ ਤੇ ਮੈਂ ਇਹਨਾਂ ਲੋਕਾਂ ਦੇ ਵਿੱਚ ਕੀ ਜਾਣਾ ਹੈ। ਤੇ ਉਹਨਾਂ ਨੇ ਫਿਰ ਮੈਨੂੰ ਇੱਕ ਗੱਲ ਇਹ ਕਹੀ ਸੀ ਕਿ ਬੇਟਾ ਦੇਖੋ, ਜੇ ਅੱਜ ਤੇਰੀ ਮਾਂ ਪੂਰੀ ਹੋ ਗਈ, ਕਿਸੇ ਹੋਰ ਦੀ ਮਾਂ ਨਹੀਂ ਪੂਰੀ ਹੋਣੀ ਚਾਹੀਦੀ, ਕੁਛ ਇਦਾਂ ਦਾ ਕਰ, ਹਨਾ। ਠੀਕ ਹੈ ਜੀ। ਫਿਰ ਅਸੀਂ ਜਿਹੜੇ ਯਾਰ ਦੋਸਤ ਸੀ, ਫਿਰ ਉਹਨਾਂ ਨੂੰ ਹੌਲੀ ਹੌਲੀ ਅਵੇਅਰ ਕੀਤਾ, ਤੇ ਅੱਜ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਸਾਡਾ ਜਿਹੜਾ ਗਰੁੱਪ ਹੈ ਉਹ ਚੱਲਦਾ ਪਿਆ। ਕਿਤੇ ਵੀ ਬਲੱਡ ਦੀ ਜਾਂ ਐਸਡੀਪੀ ਦੀ ਲੋੜ ਹੋਵੇ ਅਸੀਂ ਉੱਥੇ ਮੁਹੱਈਆ ਕਰਵਾਉਂਦੇ ਹਾਂ ਜੀ। ਨਹੀਂ, ਬਹੁਤ ਚੰਗੀ ਗੱਲ ਹੈ ਸਰਪੰਚ ਸਾਹਿਬ, ਤੇ ਮੈਂ ਉਮੀਦ ਕਰਦਾ ਕਿ ਘੱਟੋ ਘੱਟ ਇਹ ਕੰਮ ਜ਼ਰੂਰ ਜਾਰੀ ਰੱਖਿਓ, ਕਿਉਂਕਿ ਇਹ ਤੁਹਾਡੇ ਤੇ ਨਿਰਭਰ ਕਰਦਾ, ਇਹ 'ਚ ਸਰਕਾਰਾਂ ਦਾ ਕੋਈ ਰੋਲ ਨਹੀਂ। ਜੀ। ਅੱਛਾ, ਇਹਦੇ ਵਿੱਚ ਵੀ ਅਵਾਰਡ ਮਿਲਿਆ ਕੋਈ? ਹਾਂਜੀ, ਇਹਦੇ ਵਿੱਚ ਵੀ ਇਹ ਉੜੀਸਾ ਦੇ ਵਿੱਚ ਜਾ ਕੇ ਉੜੀਸਾ ਦੀ ਗਵਰਨਮੈਂਟ ਵੱਲੋਂ ਮਿਲਿਆ ਸੀ ਜੀ। ਠੀਕ ਹੈ ਜੀ। ਅਪਲਾਈ ਕਰਨਾ ਪੈਂਦਾ ਇਹਦੇ ਲਈ? ਨਹੀਂ ਸਰ, ਉਹ ਨੋਮੀਨੇਟ ਹੀ ਕਰਦੇ ਆ ਜੀ। ਠੀਕ ਹੈ ਜੀ, ਸਿੱਧਾ। ਅਸੀਂ ਤਾਂ ਵੈਸੇ ਮੈਂ ਕਦੀ ਅਪਲਾਈ ਨਹੀਂ ਕੀਤਾ ਸਰ। ਠੀਕ ਹੈ ਜੀ। ਨਾ ਮਤਲਬ ਸਟੇਟ ਗਵਰਨਮੈਂਟ ਦੇ ਅਵਾਰਡ ਦੇ ਲਈ, ਨਾ ਉੱਦਾਂ। ਠੀਕ ਹੈ। ਤੇ ਇਹ ਚਲੋ ਜਿੱਦਾਂ ਉਹ ਨੋਮੀਨੇਟ ਕਰਦੇ ਆ, ਉਹ ਕੰਮ ਦੇਖ ਕੇ, ਉਹ ਸੋਸ਼ਲ ਮੀਡੀਆ ਰਾਹੀਂ ਦੇਖ ਕੇ ਉਹ ਫਿਰ ਨੋਮੀਨੇਸ਼ਨ ਹੁੰਦੀ ਸਰ। ਠੀਕ ਹੈ ਜੀ। ਅੱਛਾ, ਮੈਂ ਹੁਣ ਦੂਜੇ ਪਾਸੇ ਚੱਲਦਾ। ਆਮ ਤੌਰ ਦੇ ਉੱਤੇ ਹੁੰਦਾ ਕਿ ਸਰਪੰਚ ਖਾ ਗਿਆ, ਵੀ ਸਭ ਕੁਝ ਹੀ ਖਾ ਗਿਆ, ਸਰਪੰਚ ਨੇ ਛੱਡਿਆ ਹੀ ਕੱਖ ਨਹੀਂ। ਆਮ ਹੀ ਇਹ ਚੱਲਦਾ ਜੀ ਕਿ ਬਾਅਦ 'ਚ ਇਨਕੁਆਇਰੀਆਂ ਚੱਲਦੀਆਂ, ਜਦੋਂ ਇਲੈਕਸ਼ਨ ਵੀ ਹੁੰਦੀ ਉਦੋਂ ਬੰਦਾ ਕਹਿੰਦਾ ਰਹਿ ਗਿਆ 6 ਮਹੀਨੇ ਕਰਾਵਾਂਗੇ ਇਨਕੁਆਇਰੀ ਹੁਣ। ਜੀ। ਮੈਨੂੰ ਇਹ ਦੱਸਿਓ ਕਿ ਜਿੱਥੇ ਤੱਕ ਮੈਨੂੰ ਮਹਿੰਗਾਈ ਬੜੀ ਵਧੀ ਹੈ, ਇੱਕ ਸਰਕਾਰਾਂ ਨੂੰ ਸਭ ਕੁਝ ਪਤਾ, ਵਿਰੋਧੀ ਧਿਰ ਵਾਲਿਆਂ ਨੂੰ ਵੀ ਸਭ ਕੁਝ ਪਤਾ, ਉਹ ਵੀ ਘਰ ਬਣਾਉਂਦੇ, ਦੁਕਾਨਾਂ ਬਣਾਉਂਦੇ, ਫੈਕਟਰੀਆਂ ਬਣਾਉਂਦੇ ਕਿ ਮਿਸਤਰੀ ਦੀ ਦਿਹਾੜੀ ਕੀ ਚੱਲਦੀ ਹੈ, ਮਜ਼ਦੂਰ ਦੀ ਦਿਹਾੜੀ ਕੀ ਚੱਲਦੀ ਹੈ, ਕਾਰਪੈਂਟਰ ਦੀ ਦਿਹਾੜੀ ਕੀ ਚੱਲਦੀ ਹੈ, ਪਲੰਬਰ ਦੀ ਦਿਹਾੜੀ ਕੀ ਚੱਲਦੀ ਹੈ। ਪਰ ਜਦੋਂ ਆਪਾਂ ਰਜਿਸਟਰਾਂ 'ਤੇ ਧਿਆਨ ਮਾਰਦੇ ਹਾਂ ਕਿ ਸਰਕਾਰੀ ਦਿਹਾੜੀ ਦਾ ਰੇਟ ਬੜਾ ਥੋੜ੍ਹਾ, ਉੱਥੇ ਤਾਂ ਫਿਰ ਇੱਦਾਂ ਹੀ ਆ ਕਿ ਇੱਕ ਬੰਦੇ ਤੁਸੀਂ ਇੱਕ ਦਿਨ ਲਓਗੇ ਦਿਹਾੜੀਆਂ, ਫਿਰ 2 ਪਾਓਗੇ, ਜਾਣੀ ਉਹ ਗੈਪ ਕਿਤੇ ਨਾ ਕਿਤੇ ਹੈਗਾ, ਕਿਤੇ ਨਾ ਕਿਤੇ ਸਮੱਸਿਆ ਹੈਗੀ ਉਹ। ਜੀ ਬਿਲਕੁਲ ਸਰ, ਹੈਗੀ ਹੈ ਜੀ। ਜਿੱਦਾਂ ਤੁਸੀਂ ਗੱਲ ਕੀਤੀ ਕਿ ਸਰਪੰਚ ਸਾਰਾ ਕੁਝ ਖਾ ਗਿਆ। ਹਾਂਜੀ ਸਰ, ਅੱਜ ਕੱਲ੍ਹ ਜਿਹੜਾ ਡਿਜੀਟਲ ਹੀ ਆ, ਕੋਈ ਵੀ ਪੇਮੈਂਟ ਆ, ਮਤਲਬ ਜੇ ਇੱਕ ਸਰਪੰਚ ਖਰੀਦਦਾਰੀ ਕਰਦਾ ਤੇ ਜੇ ਇਸ ਤੋਂ ਅਸੀਂ ਖਰੀਦਦਾਰੀ ਕੀਤੀ ਸਿੱਧੀ ਉਹਦੇ ਅਕਾਊਂਟ ਦੇ ਵਿੱਚ ਜਾਂਦੀ, ਪੈਸੇ ਜਾਂਦੇ। ਪਹਿਲਾਂ ਇਦਾਂ ਹੁੰਦਾ ਹੈ ਕਿ ਸਰਪੰਚ ਚੈੱਕ ਕੱਟ ਕੇ ਦਿੰਦਾ ਹੁੰਦਾ ਸੀ, ਹੁਣ ਉਹ ਵਾਲਾ ਸਿਸਟਮ ਖਤਮ ਹੋਇਆ। ਤੇ ਇੱਥੋਂ ਹੀ ਇੱਕ ਤਾਂ ਪ੍ਰੂਵ ਇਹ ਹੋ ਜਾਂਦਾ ਕਿ ਅਸੀਂ ਕੁਝ ਨਹੀਂ ਖਾ ਸਕਦੇ ਹੈਗੇ, ਜਾਂ ਸਰਪੰਚ ਜਿਹੜੇ ਆ ਕੁਝ ਨਹੀਂ ਇੱਦਾਂ ਕਰ ਸਕਦੇ। ਦੂਸਰਾ, ਜਿੱਦਾਂ ਤੁਸੀਂ ਗੱਲ ਕੀਤੀ, ਅੱਜ ਆਮ ਇੱਕ ਲੇਬਰ ਅੱਡੇ ਦੇ ਵਿੱਚ ਜਾਓ, ਉੱਥੋਂ ਦਿਹਾੜੀਦਾਰ ਮਜ਼ਦੂਰ ਲੈਣਾ, ਉਹ 500 ਰੁਪਏ ਤੋਂ ਘੱਟ ਤੁਹਾਡੇ ਕੋਲ ਮਜ਼ਦੂਰੀ ਨਹੀਂ ਲੈਂਦਾ। ਸਧਾਰਨ ਮਜ਼ਦੂਰ। ਠੀਕ ਹੈ, 500 ਕਿਸੇ ਵੀ ਅੱਡੇ ਦੇ ਵਿੱਚ ਚਲ ਜਾਓ, ਉਹਨੇ ਕਹਿਣਾ ਜੀ 500 ਰੁਪਈਆ ਮੈਂ ਦਿਹਾੜੀ ਲੈਣੀ। ਤੇ ਪਰ ਜਿਹੜੇ ਅਸੀਂ ਪੰਚਾਇਤੀ ਲਾਉਂਦੇ ਆ, ਪਹਿਲਾਂ 262 ਸੀ, ਹੁਣ 292 ਰੁਪਏ ਹੋ ਗਈ ਜੀ। ਸੈਂਟਰ ਗਵਰਨਮੈਂਟ ਨੇ ਉਹਦੀ ਦਿਹਾੜੀ ਦੀ ਇੱਕ ਜਿਹੜੀ ਆ ਨਿਸ਼ਚਿੰਤ ਕੀਤੀ ਆ ਕਿ 292 ਰੁਪਏ ਇਹਨਾਂ ਦਿਹਾੜੀ ਦੇਣੀ ਆ। ਤੁਸੀਂ ਇੱਕ ਸਰਕਾਰੀ ਕੰਮ ਕਰਾਉਣਾ ਜੀ, ਉਹਦੇ ਲਈ ਤੁਹਾਨੂੰ 2 ਮਜ਼ਦੂਰਾਂ ਦੀ ਲੋੜ ਹੈ ਜੀ। ਤੁਸੀਂ ਮਜ਼ਦੂਰਾਂ ਨੂੰ ਕਿਹਾ ਕਿ ਭਾਈ ਆ ਕੇ ਕੰਮ ਕਰਿਓ, ਉਹਨਾਂ ਨੇ ਕਿਹਾ ਜੀ 500 ਸਾਡਾ ਬਣਿਆ 1000 ਰੁਪਏ। ਤੇ ਜਿਹੜਾ ਸਰਕਾਰ, ਜਦੋਂ ਤੁਸੀਂ ਸਰਕਾਰੀ ਰਜਿਸਟਰ 'ਚ ਲਿਖਤਾ ਕਿ ਅੱਜ 2 ਮਜ਼ਦੂਰ ਇਸ ਕੰਮ ਲਈ ਲਾਏ ਜੀ, ਤਾਂ ਸਰਕਾਰ ਦੇ ਬਣਨੇ 292 ਜਮ੍ਹਾਂ 292। ਜੀ। ਉਹ 600 ਵੀ ਨਹੀਂ ਬਣਨਾ, ਬਿਲਕੁਲ। ਦਿੱਤਾ ਤੁਸੀਂ 1000 ਜੀ।
ਸਰ ਇਹੀ ਗੱਲ ਆ ਕਿ ਉਹ ਸਿੱਧੇ ਤੌਰ ਦੇ ਉੱਤੇ ਪੰਚਾਇਤਾਂ ਨੂੰ ਜ਼ਿੰਮੇਵਾਰ, ਸਰਕਾਰਾਂ ਵੀ ਜਾਂ ਪਿੰਡ ਦੇ ਹੋਰ ਲੋਕ ਜੀ, ਇਹ ਸਰਪੰਚ ਖਾ ਗਿਆ, ਕਦੀ ਕਿਸੇ ਐਮਐਲਏ ਐਮਪੀ ਨੂੰ ਕਿਹਾ ਕਿ ਭਾਈ ਅਸੀਂ ਪੂਰੇ ਕਿੱਦਾਂ ਕਰੀਏ? ਸਰ ਦੇਖੋ, ਆਪਾਂ ਰਹਿੰਦੇ ਤਾਂ ਇਸ ਸਮਾਜ ਦੇ ਵਿੱਚ, ਐਮਐਲਏ ਐਮਪੀ ਵੀ ਆ, ਉਹ ਇਸ ਸਮਾਜ ਦੇ ਵਿੱਚ ਤਾਂ ਵਿਚਰਦੇ ਹੀ ਆ। ਉਹਨਾਂ ਨੇ ਵੀ ਆਪਣਾ ਕਦੀ ਬਾਥਰੂਮ ਪਟਾ ਕੇ ਟਾਈਲਾਂ ਲਵਾਈਆਂ ਹੋਣਗੀਆਂ, ਉਹਨਾਂ ਨੇ ਵੀ ਕਦੀ ਰੰਗ ਕਰਵਾਇਆ ਹੋਊਗਾ ਜੀ। ਦੇਖੋ, ਜਦੋਂ ਉਹ ਬੈਠ ਕੇ ਉੱਥੇ ਸੰਸਦ ਦੇ ਵਿੱਚ ਇੱਕ ਦਿਹਾੜੀ ਨਿਸ਼ਚਿੰਤ ਕਰਦੇ ਆ, ਉਹਨਾਂ ਨੂੰ ਤਾਂ ਪਤਾ ਹੀ ਆ ਕਿ ਬਾਹਰ ਲੋਕਾਂ ਦੀ ਦਿਹਾੜੀ ਕੀ ਚੱਲਦੀ ਆ। ਫਿਰ ਜਿਹੜੀ ਆ ਕੇ ਕੁੰਡੀ ਡਿੱਗਣੀ ਆ, ਉਹ ਪੰਚਾਇਤ ਦੇ ਉੱਤੇ ਡਿੱਗਣੀ ਆ। ਠੀਕ ਹੈ ਜੀ। ਇਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮੇਰੇ ਹਿਸਾਬ ਨਾਲ ਦਰੁਸਤ ਕਰਨ ਦੀ ਬਹੁਤ ਜ਼ਰੂਰਤ ਹੈ। ਠੀਕ ਹੈ ਜੀ, ਇਹ ਗੱਲ ਤੁਹਾਡੀ ਸਮਝ ਆ ਗਈ। ਮੈਨੂੰ ਇੱਕ ਦੱਸਿਓ, ਮੈਂ ਇੱਕ ਸਵਾਲ, ਇੱਕ ਚੰਗਾ ਤੇ ਇੱਕ ਤਿੱਖਾ ਇਦਾਂ ਦਾ ਪੁੱਛੂੰਗਾ। ਪੰਜਾਬ ਦੇ ਵਿੱਚ ਜੰਗਲਾਤ ਅਧੀਨ ਏਰੀਆ ਬਹੁਤ ਘਟਿਆ। ਤੁਸੀਂ ਜਲੰਧਰ ਦੀ ਸਰਪੰਚ ਯੂਨੀਅਨ ਦੇ ਵੀ ਪ੍ਰਧਾਨ ਹੋ, ਬਾਕੀ ਸਰਪੰਚਾਂ ਨੇ ਤੁਹਾਡੇ ਵੱਲ ਦੇਖਣਾ। ਪਿੰਡ ਦੇ ਵਿੱਚੋਂ ਬੂਟੇ ਵਢਾ ਕੇ ਪੈਸੇ ਸਰਕਾਰੀ ਖਾਤੇ ਜਾਂ ਜੇਬ 'ਚ ਪਾਇਆ, ਜਾਂ ਕੋਈ ਬੂਟਾ ਬਾਟਾ ਲਾਇਆ ਵੀ ਸਰਪੰਚ ਬਣ ਕੇ? ਸਰ, ਮੈਂ ਸਰਪੰਚੀ ਤੋਂ ਪਹਿਲਾਂ ਵੀ ਤੇ ਹੁਣ ਵੀ ਅਸੀਂ ਵਾਤਾਵਰਨ ਦੇ ਨਾਲ ਬਹੁਤ ਜੁੜੇ ਹਾਂ, ਤੇ ਸਰਪੰਚੀ ਤੋਂ ਪਹਿਲਾਂ ਵੀ ਦੇਖ ਲਿਓ, ਅੱਜ ਵੀ ਤੁਸੀਂ ਆ ਕੇ ਸਾਡੇ ਪਿੰਡ ਆਓ ਤੇ ਤੁਸੀਂ ਪਿੰਡ ਦੇ ਵਿੱਚ ਦੇਖੋ ਕਿੰਨੀ ਗ੍ਰੀਨਰੀ ਹੈ। ਅੱਜ ਤੱਕ ਇੱਕ ਬੂਟਾ ਨਹੀਂ ਵਢਾਇਆ ਜੀ। ਪਿੰਡ ਦੀਆਂ ਪਾਰਕਾਂ ਹੋ ਗਈਆਂ, ਪਿੰਡ ਦੀਆਂ ਪਾਰਕਾਂ ਵੀ ਜਦੋਂ ਮੈਂ ਆਇਆ ਉਦੋਂ ਡਿਵੈਲਪ ਕੀਤੀਆਂ ਜੀ। ਠੀਕ ਹੈ ਜੀ। ਤੇ ਬੂਟਾ ਤਕਰੀਬਨ ਅਸੀਂ 3500 4000 ਬੂਟਾ ਲਗਾਇਆ ਜੀ। ਤੇ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਰੋਜ਼ਾਨਾ 3 ਬੰਦੇ ਹੁੰਦੇ ਆ ਜੀ, ਉਹਨਾਂ ਨੂੰ ਗੁੱਡਦੇ ਵੀ ਆ, ਉਹਨਾਂ ਨੂੰ ਪਾਣੀ ਵੀ ਪਾਉਂਦੇ ਆ। ਕਈ ਵਾਰੀ ਇਦਾਂ ਹੁੰਦਾ, ਇੱਕ ਮੁਹਿੰਮ ਚੱਲੀ ਆ ਜੀ ਕਿ ਬੂਟੇ ਲਾਤੇ, ਉਹ ਬੂਟੇ ਬਸ ਹਫ਼ਤੇ ਬਾਅਦ ਸੁੱਕੇ, ਫੋਟੋ ਲੱਗ ਗਈ ਤਾਂ ਬੂਟੇ ਵੀ ਲੱਗ ਗਿਆ ਬਸ। ਅਸੀਂ ਇਹਦੇ ਲਈ ਸਰ ਇੱਕ ਲੜਾਈ ਵੀ ਲੜੀ ਗੁੱਜਰਾਂ ਦੇ ਨਾਲ। ਦੇਖੋ, ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ, ਪਰ ਉਹ ਜਦੋਂ ਆਪਣੇ ਪਸ਼ੂ ਚਰਾਉਂਦੇ ਆ, ਉਹ ਅੱਜ ਪੰਚਾਇਤ ਨੇ ਬੂਟੇ ਲਾਤੇ, ਤੁਸੀਂ ਮੈਂ ਲਾਤੇ, ਇੱਕ ਆਪਾਂ ਕਹਿੰਦੇ ਕਿ ਨਹੀਂ, ਚੰਗੀ ਗੱਲ ਆ ਕਿ ਆਪਾਂ ਨੂੰ ਬੂਟੇ ਲਾਉਣੇ ਚਾਹੀਦੇ, ਉਹ ਪਰ ਜਿਹੜੀ ਸਾਂਭ ਸੰਭਾਲ ਹੁੰਦੀ ਆ ਉਹ ਰੱਖਣੀ ਪੰਚਾਇਤ ਨਹੀਂ ਹੁੰਦੀ ਆ ਜੀ। ਅਸੀਂ ਫਿਰ ਜਦੋਂ ਉਹਨਾਂ ਨੇ ਪਸ਼ੂ ਲਿਆਉਣੇ ਪਿੰਡ ਦੇ ਵਿੱਚ ਬਾੜ ਦੇਣੇ ਆ, ਤੇ ਉਹ ਬੂਟੇ ਸਾਰੇ ਨਸ਼ਟ ਕਰ ਦਿੰਦੇ ਸੀ। ਠੀਕ ਹੈ। ਫਿਰ ਅਸੀਂ ਉਹਨਾਂ ਦੇ ਨਾਲ ਬੈਠ ਕੇ ਵੀ ਮੀਟਿੰਗਾਂ ਕੀਤੀਆਂ, ਪੰਚਾਇਤੀ ਲੈਵਲ ਤੇ ਵੀ ਕੀਤੀਆਂ। ਫਿਰ ਅਸੀਂ ਡੀਸੀ ਸਾਹਿਬ ਨੂੰ ਮਿਲੇ, ਡੀਸੀ ਸਾਹਿਬ ਨੇ ਫਿਰ ਇੱਕ ਇੱਥੇ ਅੰਮ੍ਰਿਤਸਰੀਨ ਸੀ ਜੀ, ਏਡੀਸੀ ਸਾਹਿਬ, ਤੇ ਉਹਨਾਂ ਨੇ ਫਿਰ ਇੱਕ ਆਰਡਰ ਕੱਢਿਆ ਕਿ ਖੁੱਲੇ ਦੇ ਵਿੱਚ ਪਸ਼ੂ ਨਹੀਂ ਚਰਾ ਸਕਦੇ। ਸਾਨੂੰ ਉਸ ਆਰਡਰ ਦਾ ਬਹੁਤ ਫਾਇਦਾ ਹੋਇਆ ਜੀ। ਸ਼ਿਕੰਜਾ ਜਿਹਾ ਵੀ ਲਾਉਣਾ ਪਿਆ ਬੂਟਿਆਂ ਦੁਆਲੇ? ਸ਼ਿਕੰਜਾ ਨਹੀਂ ਜੀ, ਉੱਦਾਂ ਹੀ। ਫਿਰ ਦੇਖੋ, ਮੇਨ ਤਾਂ ਜਿਹੜਾ ਹੁੰਦਾ ਪਸ਼ੂ ਖਾਂਦੇ ਹੁੰਦੇ ਆ ਜੀ, ਤੇ ਜੇਕਰ ਉਹ ਹਟ ਗਏ ਤੇ ਸਾਨੂੰ ਸ਼ਿਕੰਜੇ ਦੀ ਵੀ। ਹੁਣ ਬੂਟੇ ਜੇ ਅਸੀਂ ਜਾਈਏ ਗੁੱਡੇ ਮਿਲਣਗੇ? ਗੁੱਡੇ ਮਿਲਣਗੇ, ਹਰੇ ਮਿਲਣਗੇ। ਬਿਲਕੁਲ ਸਰ, ਬਿਲਕੁਲ। ਲਓ ਜੀ, ਬਲੀਨਾ ਦੁਆਬਾ ਪਿੰਡ ਦੇ ਸਰਪੰਚ ਨੇ ਕੁਲਵਿੰਦਰ ਬਾਘਾ ਜੀ, ਐਮਟੈਕ ਕੀਤੀ ਹੋਈ ਹੈ, 27 ਸਾਲ ਦੀ ਉਮਰ ਦੇ ਵਿੱਚ ਸਰਪੰਚ ਬਣ ਗਿਆ ਸੀ। ਜਲੰਧਰ ਦੀ ਪੰਚਾਇਤ ਸਰਪੰਚ ਯੂਨੀਅਨ ਦੇ ਜਿਹੜੇ ਉਹ ਪ੍ਰਧਾਨ ਨੇ। ਸੋ ਹੁਣ ਤੱਕ ਦੀ ਗੱਲਬਾਤ ਦੇ ਵਿੱਚੋਂ ਇੱਕ ਤਾਂ ਜਿਹੜਾ ਉਹ ਵਿੱਥ ਕਿ ਸਾਰਿਆਂ ਨੂੰ ਪਤਾ ਹੈ ਕਿ ਭਾਈ ਜੇ 500 ਜਾਂ 450 ਰੁਪਈਏ ਦੇ ਵਿੱਚ ਮਜ਼ਦੂਰ, ਇੱਕ ਮਿਹਨਤਕਸ਼ ਬੰਦਾ ਦਿਹਾੜੀ ਲੈਂਦਾ, ਤਾਂ 292 ਵਾਲਾ ਇਨਸਾਫ ਕਿੱਥੇ ਕਰੂਗਾ? ਫਿਰ ਉਹ 2 ਦਿਹਾੜੀਆਂ ਪਾਈਆਂ ਜਾਣਗੀਆਂ, ਗੱਲ ਟੇਢੀ ਮੇਢੀ ਕੀਤੀ ਜਾਊ ਜਾਂ ਕੀ ਹੋਊ? ਸਰਕਾਰਾਂ ਇੱਧਰਲੇ ਪਾਸੇ ਸੋਚਣ ਜ਼ਰੂਰ, ਉਹਨਾਂ ਦੀ ਮੰਗ ਹੈ ਭਾਈ। ਦੂਸਰਾ, ਸਕੂਲ ਦੇ ਵਿੱਚ ਜੇ ਪਾਣੀ ਖਲੋਂਦਾ ਸੀ, ਉਹ ਕਹਿੰਦੇ ਜੇ ਅਸੀਂ ਧਰਤੀ ਹੇਠ ਜਾਣ ਦਾ ਪ੍ਰਬੰਧ ਕਰ ਦਿੱਤਾ, ਇਹਦੀ ਪੰਜਾਬ ਨੂੰ ਲੋੜ ਹੈ। ਫਿਰ ਉਹਦੇ ਤੋਂ ਬਾਅਦ ਜੇ ਬੂਟੇ ਲਾਏ ਆ, ਗੁੱਜਰ ਭਾਈਚਾਰੇ ਦੇ ਨਾਲ ਸਮੱਸਿਆ ਆਉਂਦੀ ਸੀ, ਉਹਨੂੰ ਜੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਧੀਆ। ਇੱਕ ਮੈਨੂੰ ਸਰਪੰਚ ਸਾਹਿਬ ਹੋਰ ਦੱਸਿਓ, ਤੁਹਾਨੂੰ ਕਿਉਂ ਪ੍ਰਧਾਨ ਬਣਾਇਆ? ਪਹਿਲੀ ਗੱਲ, ਕੀ ਸਰਪੰਚਾਂ ਨੂੰ ਕਿਤੇ ਦਿੱਕਤ ਆਉਂਦੀ ਸੀ? ਕਿਉਂਕਿ ਸਾਡੇ ਭਾਅ ਦਾ ਤਾਂ ਤੁਹਾਨੂੰ, ਤੁਸੀਂ ਸਰਪੰਚ ਬਣਦੇ ਹੋ, ਚਿੱਟਾ ਕੁੜਤਾ ਪਜਾਮਾ ਪਾ ਕੇ ਜਾਂਦੇ ਹੋ, ਤੁਹਾਨੂੰ ਮਾਣ ਭੱਤਾ ਰੁਪਈਏ ਦਿੰਦੀ ਹੈ ਸਰਕਾਰ, ਜਾਣੀ ਕੋਈ ਤੁਸੀਂ ਜੇਬੋਂ ਪੱਲਿਓਂ ਨਹੀਂ ਲਾਉਂਦੇ। ਜਦੋਂ ਦੇ ਸਰਪੰਚ ਬਣੇ ਹੋ, ਹੁਣ ਤਾਂ 8-10 ਮਹੀਨੇ ਰਹਿ ਗਿਆ ਮੇਰੇ ਖਿਆਲ ਹੋਰ। ਜੀ ਸਰ। ਕਿੰਨੇ ਕੁ ਲੱਖ ਰੁਪਈਆ ਸਰਕਾਰ ਵੱਲੋਂ ਤੁਹਾਨੂੰ ਤਨਖਾਹ, ਮਿਹਨਤਾਨਾ, ਮਾਣ ਭੱਤਾ, ਜਿਹੜਾ ਮਰਜ਼ੀ ਸ਼ਬਦ ਵਰਤ ਲਓ, ਉਹ ਮਿਲਿਆ? ਜੀ ਸਰ, ਜਿਵੇਂ ਤੁਸੀਂ ਗੱਲ ਕੀਤੀ, ਇਹ ਬੜੀ ਹਾਸੋਹੀਣੀ ਜੀ ਵੀ ਹੈਗੀ ਆ। ਜਿਹੜਾ ਸਰਪੰਚ ਦਾ ਮਾਣ ਭੱਤਾ ਹੁੰਦਾ ਉਹ 1200 ਰੁਪਈਆ ਆ ਜੀ ਪਰ ਮੰਥ। ਇੱਕ ਮਹੀਨੇ ਦਾ 1200 ਮਿਲਦਾ ਤੁਹਾਨੂੰ? ਫਿਰ ਵੀ 40 ਰੁਪਈਏ ਰੋਜ਼ ਦੇ ਹੈਗੇ ਹੀ ਆ। ਸਰ ਦੇਖੋ, ਗੱਲ ਤਾਂ ਫਿਰ ਉੱਥੇ ਆ ਗਈ ਨਾ ਜੀ। 1200 ਰੁਪਈਆ ਇਹ ਵੀ ਸਾਨੂੰ ਨਹੀਂ ਮਿਲਦਾ। ਅੱਜ ਇੱਕ ਸਰਪੰਚ ਦੇ ਘਰ ਜਾਓ, ਦੇਖੋ ਸਰ, ਜਿਹੜਾ ਪਿੰਡਾਂ ਦੇ ਵਿੱਚ, ਮੈਂ ਹੁਣ 2 ਪਹਿਲੂ ਦੱਸ ਦਿੰਦਾ ਜੀ। ਪਿੰਡਾਂ ਦੇ ਵਿੱਚ ਇੱਕ ਤਾਂ ਇੱਦਾਂ ਹੁੰਦਾ ਕਿ ਆਪਣੀ ਈਗੋ ਨੂੰ ਸੈਟਿਸਫੈਕਸ਼ਨ ਦੇਣ ਦੇ ਲਈ ਕਿ ਉਹ ਬੰਦਾ ਨਾ ਬਣੇ, ਇਹ ਬਣ ਜਾਵੇ। ਇਹਨੂੰ ਭਾਵੇਂ ਕੁਛ ਨਾ ਆਉਂਦਾ ਹੋਵੇ, ਉਹਨੂੰ ਸਾਰਾ ਕੁਛ ਆਉਂਦਾ ਹੋਵੇ, ਆਪਾਂ ਉਹਨੂੰ ਹਰਾਉਣਾ ਆ, ਪਿੰਡ ਸਾਰਾ ਇੱਧਰ ਹੋ ਜਾਂਦਾ ਜੀ, ਹੈ ਨਾ ਜੀ। ਉਹ ਗਰੀਬ ਜਿਹੇ ਨੂੰ ਬਣਾਉਂਦੇ ਆ, ਜਾਂ ਜਿਹਨੂੰ ਸਮਝ ਨਹੀਂ ਹੁੰਦੀ ਜੀ। ਅੱਜ ਕੱਲ੍ਹ ਪਿੰਡਾਂ ਦੇ ਵਿੱਚ ਚੱਲ ਵੀ ਇਹੀ ਰਿਹਾ ਜੀ, ਉਹਨੂੰ ਬਣਾ ਦਿਓ ਕਿ ਉਹ ਸਾਡੀ ਗੱਲ ਸੁਣੂਗਾ, ਇਹਨੇ ਸਾਡੀ ਗੱਲ ਨਹੀਂ ਸੁਣਨੀ, ਯਾਨੀ ਸਾਡੇ ਮੁਤਾਬਕ ਚੱਲੂਗਾ ਜੀ। ਠੀਕ ਹੈ। ਉਸ ਬੰਦੇ ਨੂੰ ਬਣਾਤਾ, ਉਸ ਬੰਦੇ ਦੇ ਘਰ 4 ਬੰਦਿਆਂ ਨੇ ਜਾਣਾ ਵੀ ਹੈ ਜੀ, ਉਹ ਚਾਹ ਵੀ ਪੀਣੀ ਆ, ਉਹਦੇ ਘਰ ਵਧੀਆ ਬੈਠਣ ਦੇ ਲਈ ਵੀ ਹੋਣਾ ਚਾਹੀਦਾ, ਫਰਨੀਚਰ ਹੋਣਾ ਚਾਹੀਦਾ, 4 ਕੁਰਸੀਆਂ ਹੋਣੀਆਂ ਚਾਹੀਦੀਆਂ। ਇਹ ਜਿਹੜੀ ਤੁਸੀਂ ਕਹਿੰਦੇ 1200 ਰੁਪਇਆ ਮਾਣ ਭੱਤੇ ਨਾਲ, ਜੇ ਕੋਈ ਆਮ ਘਰ ਦਾ ਬੰਦਾ ਜਾਂ ਬਣ ਗਿਆ, ਜਿਹਦੀ ਮਤਲਬ ਇੱਕ ਦਿਹਾੜੀਦਾਰ ਹੀ ਬਣ ਗਿਆ, ਉਹ ਆਪਣੀ ਦਿਹਾੜੀ ਲਾਊਗਾ ਜਾਂ ਆਪਣੇ ਚਾਹ ਪਾਣੀ ਪਿਲਾਊਗਾ, ਬਿਠਾਊਗਾ, ਕਿਵੇਂ ਕਰੂਗਾ, ਹੈ ਨਾ ਜੀ।
ਇੱਕ ਤਾਂ ਇਹ ਬਹੁਤ ਵੱਡਾ ਹੈ ਕਿ 1200 ਰੁਪਇਆ ਹੋਣਾ ਇਹ ਬਹੁਤ ਘੱਟ ਹੈ ਜੀ। ਮਹੀਨੇ ਬਾਅਦ 1 ਤਰੀਕ ਨੂੰ 1200 ਆ ਜਾਂਦਾ? ਨਹੀਂ ਆਉਂਦਾ ਜੀ, ਮੈਨੂੰ 4 ਸਾਲ ਹੋ ਗਏ ਜੀ ਬਣੇ। ਇਦਾਂ ਸਾਰੀਆਂ ਪੰਚਾਇਤਾਂ ਪੰਜਾਬ ਦੀਆਂ ਕਿਸੇ ਨੂੰ ਅੱਜ ਤਾਈਂ 1 ਰੁਪਈਆ ਤੱਕ ਨਹੀਂ ਆਇਆ। ਅੱਛਾ, ਉਹ 1200 ਵੀ ਨਹੀਂ ਮਿਲਿਆ ਜੀ? ਨਹੀਂ, 1200 ਵੀ ਨਹੀਂ ਮਿਲਿਆ। 1 ਮਹੀਨੇ ਦੀ ਵੀ ਤਨਖਾਹ ਨਹੀਂ ਮਿਲੀ ਹੈ ਜੀ? ਜੀ ਨਹੀਂ, ਮੇਰੀ ਗੱਲ ਸੁਣੋ, ਤੁਹਾਨੂੰ ਪੈਸਾ ਕੋਈ ਮਿਲਿਆ ਨਹੀਂ ਜੀ, ਫਿਰ ਖਰਚਾ ਤਾਂ ਬਹੁਤ ਹੁੰਦਾ ਹੋਣਾ, ਲੋਕਾਂ ਦੇ ਨਾਲ ਵੀ ਜਾਣਾ, ਜਾਣੀ ਕੁਝ ਐਸੇ ਖਰਚੇ ਹੈਗੇ ਆ ਜਿਹੜੇ ਸਰਪੰਚਾਂ ਨੂੰ ਤੰਗ ਕਰਦੇ ਆ, ਫਿਰ ਕਿਹੜੇ ਖਰਚੇ ਨੇ ਉਹ? ਦੇਖੋ ਸਰ, ਇੱਕ ਤਾਂ ਅਸੀਂ ਡੇਲੀ ਜਾਣਾ, ਡੀਸੀ ਆਫਿਸ ਵੀ ਜਾਣਾ, ਅਸੀਂ ਸੁਵਿਧਾ ਸੈਂਟਰ ਵੀ ਜਾਣਾ, ਅਸੀਂ ਪਟਵਾਰਖਾਨੇ ਕੀ ਕਰਨ ਜਾਣਾ ਤੁਸੀਂ? ਰੋਜ਼ ਕਿਉਂ ਜਾਣਾ ਆਪਦੀ ਜ਼ਮੀਨ ਲਈ? ਬਿਲਕੁਲ, ਇਹ ਅਸੀਂ ਨਹੀਂ ਸਰ, ਜਿੱਦਾਂ ਹੁਣ ਪਿੰਡ ਹੈਗਾ ਆ ਜੀ, ਪਿੰਡ ਦੇ ਹਰ ਬੰਦੇ ਦੇ ਕੰਮ ਹੁੰਦੇ ਆ ਜੀ ਕਿ ਸਰਪੰਚ ਸਾਹਿਬ ਸਾਡੇ ਨਾਲ ਡੀਸੀ ਸਾਹਿਬ ਕੋਲ ਚਲੋ, ਸਾਡੀ ਆਹ ਸਮੱਸਿਆ, ਸਾਡੇ ਨਾਲ ਏਡੀਸੀ ਸਾਹਿਬ ਕੋਲ ਚਲੋ, ਅਸੀਂ ਅੱਜ ਰਜਿਸਟਰੀ ਕਰਾਉਣੀ ਹੈ ਜੀ, ਸਰਪੰਚ ਸਾਹਿਬ ਤੁਹਾਡੀ ਗਵਾਹੀ ਪੈਣੀ ਆ। ਠੀਕ ਹੈ ਸਰਪੰਚ ਸਾਹਿਬ, ਅੱਜ ਮੈਰਿਜ ਰਜਿਸਟ੍ਰੇਸ਼ਨ ਹੋਣੀ ਆ, ਤੁਸੀਂ ਸਾਡੇ ਨਾਲ ਚੱਲਣਾ, ਇੰਨੇ ਵਜੇ ਉੱਥੇ ਪਹੁੰਚਣਾ ਆ ਜੀ। ਜਦੋਂ ਇੱਕ ਸਰਪੰਚ ਆਪਣੇ ਘਰੋਂ ਚੱਲਦਾ, ਆਪਣੀ ਗੱਡੀ ਲੈ ਕੇ ਚੱਲਦਾ ਜੀ, ਉਹ ਜਦੋਂ ਉੱਥੇ ਸੁਵਿਧਾ ਸੈਂਟਰ 'ਚ ਆਉਂਦਾ, ਡੀਸੀ ਆਫਿਸ ਆਉਂਦਾ, ਪਟਵਾਰਖਾਨੇ ਆਉਂਦਾ, ਉੱਥੇ ਸਭ ਤੋਂ ਵੱਡੀ ਪਹਿਲਾਂ ਇੱਕ ਲੱਗਦੀ ਜੀ ਕਾਰ ਪਾਰਕਿੰਗ। ਠੀਕ ਹੈ, ਕਾਰ ਪਾਰਕਿੰਗ ਲੱਗਦੀ, ਉਹ ਵੀ ਸਰਪੰਚ ਦੀ ਜੇਬ ਦੇ ਉੱਤੇ ਖਰਚਾ। ਫਿਰ ਦੂਸਰਾ ਇਹ ਆ ਜੀ, ਜਦੋਂ ਉੱਥੇ ਕੋਈ ਕੰਮ ਕਰਾਉਣਾ, ਸਾਡੀ ਦਿਹਾੜੀ ਉੱਥੇ ਲੱਗ ਜਾਂਦੀ ਹੈ, 2-4 ਘੰਟੇ 5 ਘੰਟੇ ਉੱਥੇ ਲੱਗ ਗਏ। ਫਿਰ ਅਸੀਂ ਜੇ ਕਿਤੇ ਮਤਲਬ ਦੂਰ ਦਾ ਕੰਮ ਆ, ਰਾਹ ਦੇ ਵਿੱਚ ਸਾਨੂੰ ਟੋਲ ਵੀ ਪੈਣਾ ਜੀ ਕਿ ਸਰਪੰਚ ਸਾਹਿਬ ਟੋਲ ਦੇ ਕੇ ਜਾਓ, ਉੱਦਾਂ ਲੰਘਣ ਨਹੀਂ ਦੇਣਾ ਤੁਹਾਨੂੰ ਅਸੀਂ, ਉਹ ਟੋਲ ਟੈਕਸ ਵੀ ਕੱਟ ਹੁੰਦਾ। ਠੀਕ ਹੈ, ਇੱਦਾਂ ਦੇ ਬਹੁਤ ਖਰਚੇ ਆ ਜੀ ਜਿਹੜੇ ਇੱਕ ਸਰਪੰਚ ਦੇ ਜੇਬ ਦੇ ਉੱਤੇ ਪੈਂਦੇ ਆ, ਤੇ ਸਰਪੰਚ ਮੰਗ ਵੀ ਨਹੀਂ ਸਕਦਾ ਤੇ ਨਾ ਸਰਪੰਚ ਮੰਗਦਾ, ਕਿਉਂਕਿ ਉਹ ਲੋਕਾਂ ਦਾ ਨੁਮਾਇੰਦਾ ਚੁਣਿਆ। ਅੱਜ ਜੇ ਮੰਗਦਾ ਵੀ ਕੱਲ ਨੂੰ ਉਹਨਾਂ ਨੇ ਕਹਿਣਾ ਸਰਪੰਚ ਸਾਹਿਬ ਤੁਸੀਂ 40 ਰੁਪਏ ਲੈ ਲਏ, 40 ਰੁਪਏ ਹਨਾ, ਹੁਣ ਵੋਟਾਂ ਭਾਲ ਲਿਓ। ਹਾਂਜੀ, ਵੋਟਾਂ ਭਾਲ ਲਿਓ। ਇਹ ਬਹੁਤ ਇਦਾਂ ਦੇ ਹੁੰਦੇ ਆ ਸਰ। ਅਸੀਂ ਇਹ ਗੱਲ ਕਰਦੇ ਹਾਂ ਕਿ ਸਾਡੀ ਪੰਚਾਇਤ ਯੂਨੀਅਨ ਦਾ ਇੱਕ ਇਹੀ ਵੱਡੀ ਮੰਗ ਆ, ਇੱਕ ਜਿਹੜਾ ਕੌਂਸਲਰ ਬਣਦਾ ਕਾਰਪੋਰੇਸ਼ਨ ਦੇ ਵਿੱਚ, ਉਹਦੀ 10 ਤੋਂ ਲੈ ਕੇ 15,000 ਦੇ ਵਿੱਚ ਤਨਖਾਹ ਹੁੰਦੀ। ਅਲੱਗ-ਅਲੱਗ ਕਾਰਪੋਰੇਸ਼ਨਾਂ ਨੇ ਇੱਕ ਆਪਣਾ ਮਾਣ ਭੱਤਾ ਉਹਨਾਂ ਦਾ ਫਿਕਸ ਕੀਤਾ ਜੀ। ਜਿਵੇਂ ਆਪਣੀ ਜਲੰਧਰ ਦੀ ਕਾਰਪੋਰੇਸ਼ਨ ਹੈ, ਉਹਦੇ ਵਿੱਚ ਲਗਭਗ 13,000 ਰੁਪਈਆ ਇੱਕ ਕੌਂਸਲਰ ਨੂੰ ਮਿਲਦਾ ਜੀ। ਠੀਕ ਹੈ ਜੀ। ਉਹਦੇ ਨਾਲ ਕੀ ਆ, ਉਹਦੀ ਗੱਡੀ ਦਾ ਤੇਲ ਚੱਲ ਜੂਗਾ, ਹੋਰ ਜਿਹੜੇ ਉਹਦੇ ਖਰਚੇ ਆ ਇਹ ਨਿਕਲ ਜਾਣਗੇ, ਜਾਂ ਉਹਦਾ ਆਪਣਾ ਕੰਮ ਜਿਹੜਾ ਕਿ ਉਹ ਥੋੜ੍ਹਾ ਜਿਹਾ ਉਹਨੂੰ ਇੱਦਾਂ ਲੱਗਦਾ ਕਿ ਹਾਂ ਮੈਂ ਕੋਈ ਪੱਲਿਓਂ ਨਹੀਂ ਕਰਨ ਲੱਗਾ ਜੀ। ਤੇ ਇਹ ਚੀਜ਼ਾਂ ਜਿਹੜੀਆਂ ਸਾਨੂੰ ਇੱਕ ਚਾਹੀਦਾ ਹੈਗਾ ਆ ਕਿ ਅਸੀਂ ਸਰਕਾਰ ਦਾ ਉਹ ਥੰਮ ਆ ਜਿਨ੍ਹਾਂ ਨੇ ਸਿੱਧਾ ਡਾਇਰੈਕਟ ਜੋੜਨਾ। ਦੇਖੋ ਜੀ, ਅੱਜ ਇੱਕ ਮੁੱਖ ਮੰਤਰੀ ਸਾਹਿਬ ਬਣ ਗਏ, ਕੈਬਨਿਟ ਮਿਨਿਸਟਰ ਬਣ ਗਏ, ਪਿੰਡ ਦੇ ਮਤਲਬ ਆਮ ਬੰਦੇ ਨੇ ਉਹਨਾਂ ਤੱਕ ਨਹੀਂ ਪਹੁੰਚਣਾ ਜੀ। ਪਿੰਡ ਦਾ ਆਮ ਬੰਦਾ ਬਦਲਾਵ ਉਦੋਂ ਹੀ ਦੇਖਦਾ ਕਿ ਜਦੋਂ ਉਹਦੇ ਕੰਮ ਉੱਥੇ ਘਰ ਬੈਠੇ ਹੋਣਗੇ। ਉਹਨੇ ਸਿੱਧਾ ਮਾਨ ਸਾਹਿਬ ਨੂੰ ਮਿਲਣਾ ਨਹੀਂ, ਉਹਨੇ ਸਿੱਧਾ ਕੈਬਨਿਟ ਮਿਨਿਸਟਰ ਨੂੰ ਮਿਲਣਾ ਨਹੀਂ। ਜੇਕਰ ਸਾਡੀ ਜਿਹੜੀ ਹੇਠਲੀ ਸਰਕਾਰ ਆ, ਉਹ ਸਥਾਨਕ ਸਰਕਾਰ ਆ, ਜੇਕਰ ਇੱਥੋਂ ਬਦਲਾਵ ਆਉਣਾ ਸ਼ੁਰੂ ਹੋਊਗਾ, ਮੇਰੇ ਹਿਸਾਬ ਨਾਲ ਫਿਰ ਪੂਰੇ ਪੰਜਾਬ ਦੇ ਵਿੱਚ ਬਦਲਾਅ ਆਊਗਾ। ਠੀਕ ਹੈ ਸਰਪੰਚ ਸਾਹਿਬ, ਤੁਹਾਡਾ ਪਿੰਡ ਕਿੱਥੇ ਕਾ? ਜੇ ਕਿਸੇ ਨੇ ਜਾਣਾ ਹੋਵੇ ਕਿਹੜੀ ਸੜਕ ਤੇ ਪੈਂਦਾ, ਕਿੱਧਰੋਂ ਕਿੱਧਰ ਨੂੰ ਜਾਈਏ? ਜਲੰਧਰੋਂ ਜਾਣਾ, ਚਲੋ ਦੱਸਿਓ। ਆਪਾਂ ਸਰ ਜਲੰਧਰੋਂ ਜਾਂਦੇ ਹੁਸ਼ਿਆਰਪੁਰ ਰੋਡ ਨੂੰ, ਰਾਮਾ ਮੰਡੀ ਤੋਂ ਤਕਰੀਬਨ 4 ਕਿਲੋਮੀਟਰ ਦੀ ਦੂਰੀ ਦੇ ਉੱਤੇ। ਖੱਬੇ ਹੱਥ ਕੇ ਸੱਜੇ ਹੱਥ? ਇਧਰੋਂ ਆਪਾਂ ਜਾਈਏ ਹੁਸ਼ਿਆਰਪੁਰ ਵੱਲ ਤੇ ਸੱਜੇ ਹੱਥ ਹੈ ਜੀ। ਹਾਂਜੀ, ਸਾਹਮਣੇ ਇਧਰ ਐਪੀਜੇ ਕਾਲਜ ਹੈ ਜੀ, ਆਈਵੀ ਵਰਲਡ ਸਕੂਲ ਹੈ, ਉਹਦੇ ਆਪੋਜ਼ਿਟ ਹੈ ਜੀ। ਤੇ ਜਦੋਂ ਸੱਜੇ ਹੱਥ ਜਾਈਦਾ ਪਹਿਲਾਂ ਗੁਰਦੁਆਰਾ ਸਾਹਿਬ ਆਉਂਦਾ ਜੀ? ਗੁਰਦੁਆਰਾ ਸਾਹਿਬ। ਮੈਂ ਇਹ ਸਾਰੀਆਂ ਚੀਜ਼ਾਂ ਤਾਂ ਦੱਸਦਾ ਵੀ ਕਿਸੇ ਨੂੰ ਪਹੁੰਚਣ 'ਚ ਦਿੱਕਤ ਨਾ ਹੋਵੇ। ਉੱਥੇ ਸਰ ਵੱਡਾ ਗੇਟ ਬਣਿਆ ਆ ਜੀ। ਹਾਂਜੀ। ਅੱਛਾ, ਇੱਕ ਹੋਰ ਮੈਨੂੰ ਦੱਸਿਓ ਨਾਲ ਲੱਗਦੀ ਗੱਲ ਕਿ ਜਿਹੜੇ ਪਾਰਕ ਤੁਸੀਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਹੈ ਕਿ ਪਿੰਡਾਂ ਦੇ ਵਿੱਚ ਪਾਰਕ ਨਹੀਂ। ਬਿਲਕੁਲ। ਬੰਦੇ ਨੇ, ਬੀਬੀ ਨੇ, ਬੱਚੇ ਨੇ ਸੈਰ ਕਰਨਾ, ਕਿਸੇ ਨੇ ਖੇਡਣਾ, ਬਜ਼ੁਰਗਾਂ ਸਾਡਿਆਂ ਨੇ ਬਹਿ ਕੇ ਕਿਤੇ ਗੱਲਬਾਤ ਕਰਨੀ ਹੈ, ਉਹ ਪਾਰਕ ਕਿਵੇਂ ਡਿਵੈਲਪ ਕੀਤੇ ਜਾਣੀ? ਉੱਥੇ ਕੀ ਹੈ, ਬੂਟੇ ਲੱਗੇ ਆ, ਬੱਚਿਆਂ ਦਾ ਕੋਈ ਝੂਲਾ ਲੱਗਾ, ਉਹਦੀ ਸਾਫ਼ ਸਫਾਈ ਦਾ ਕੀ ਪ੍ਰਬੰਧ ਹੈ? ਕਿਉਂਕਿ ਅਵਾਰਾ ਕੁੱਤੇ ਹੋ ਸਕਦਾ ਉਹ 'ਚ ਬੜੇ ਰਹਿੰਦੇ ਹੁਣ। ਜੀ ਜੀ ਬਿਲਕੁਲ ਸਰ। ਫਸਟਲੀ ਤਾਂ ਇਹੀ ਆ ਕਿ ਜਦੋਂ ਆਪਾਂ ਪਿੰਡ ਦੀ ਪਾਰਕ ਬਣਾਉਂਦੇ ਆ, ਅੱਜ ਕੱਲ੍ਹ ਸਾਰੇ ਲੋਕ ਡਿਪਰੈਸ਼ਨ ਦੇ ਵਿੱਚ ਆ ਜਾਂ ਫੋਨਾਂ ਦੇ ਵਿੱਚ ਆ। ਜਦੋਂ ਤੱਕ ਨਾ ਲੋਕ ਆਪਸੀ ਮਿਲਵਰਤਨ ਨਹੀਂ ਰੱਖਦੇ, ਇਹ ਡਿਪਰੈਸ਼ਨ ਦੇ ਵਿੱਚ ਹੀ ਰਹਿਣਗੇ ਸਰ। ਅੱਛਾ ਜੀ। ਜੀ। ਤੇ ਦੂਸਰਾ ਇਹ ਸੀ, ਜਦੋਂ ਅਸੀਂ ਪਿੰਡ ਦਾ ਪਾਰਕ ਬਣਾਇਆ, ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪ੍ਰਬੰਧ ਕੀਤਾ ਓਪਨ ਜਿਮ ਦਾ। ਠੀਕ ਹੈ। ਕਿ ਜਿਹੜੀਆਂ ਲੇਡੀਜ਼ ਆ ਕੇ ਉੱਥੇ ਆਪਣਾ ਜਿਹੜਾ ਇੱਕ ਦੂਜੇ ਦੇ ਨਾਲ ਆਉਣ, ਮੁਹੱਲੇ ਦੇ ਵਿੱਚੋਂ ਆਉਣ। ਤੇ ਉਹ ਥੋੜਾ ਪਿੰਡ ਤੋਂ ਦੂਰ ਹੈ, ਜਿੱਦਾਂ ਸਾਡਾ ਸਕੂਲ ਦੇ ਨਾਲ ਹੀ ਆ ਗਰਾਊਂਡ ਉਹ ਬਣਾਇਆ। ਤੇ ਤੁਸੀਂ ਯਕੀਨ ਜਾਣਿਓ ਜੀ, ਜਦੋਂ ਉਹ ਪਾਰਕ ਬਣੀ ਆ, ਸਾਡੇ ਪਿੰਡ ਦੀਆਂ ਅੱਧੀਆਂ ਲੜਾਈਆਂ ਘਟ ਗਈਆਂ ਜੀ। ਅੱਛਾ ਜੀ। ਜੀ। ਫਿਰ ਉਹਨਾਂ ਨੇ ਕਹਿਣਾ ਗਵਾਂਢਣ ਨੂੰ, ਨਹੀਂ ਆਪਾਂ ਕੱਲ੍ਹ ਨੂੰ ਜਾਣਾ ਆ, ਸ਼ਾਮ ਨੂੰ ਆਪਾਂ ਟਾਈਮ ਰੱਖੀਆਂ, ਆਪਾਂ ਉੱਥੇ ਓਪਨ ਜਿਮ 'ਚ ਐਕਸਰਸਾਈਜ਼ ਕਰਕੇ ਆਉਣੀ। ਠੀਕ ਹੈ ਜੀ। ਇਹ ਆਪਸੀ ਨੇੜਤਾ ਵੱਧਦੀ, ਇੱਦਾਂ ਦੀ ਬਿਮਾਰੀਆਂ ਵੀ ਘਟੀਆਂ ਹੋਣੀਆਂ, ਬਿਮਾਰੀਆਂ ਵੀ ਘਟਦੀਆਂ ਤੇ ਆਪਸੀ ਨੇੜਤਾ ਵੀ ਵੱਧਦੀ। ਇਹੋ ਜਿਹੇ ਜਿਹੜੇ ਉਪਰਾਲੇ ਹੋਣਗੇ ਤੇ ਸਾਡੀ ਜਿਹੜੀ ਇੱਕ ਭਾਈਚਾਰਕ ਸਾਂਝ ਹੈ ਉਹ ਦੁਬਾਰਾ ਕਾਇਮ ਹੁੰਦੀ। ਠੀਕ ਹੈ ਜੀ। ਅੱਗੇ ਜਦੋਂ ਬਜ਼ੁਰਗ ਹੁੰਦੇ ਸੀ ਤੇ ਉਹ ਕਹਿੰਦੇ ਹੁੰਦੇ ਸੀ ਕਿ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈਂਦੀ ਹੈ। ਅੱਜ ਜਿੱਦਾਂ ਅਸੀਂ ਮੋਬਾਈਲ ਦੇ ਵਿੱਚ ਰੁੱਝੀ ਜਾਂਦੇ ਹਾਂ, ਉਹ ਕਹਿੰਦੇ ਵੀ ਤੂੰ ਆਪਣੇ ਘਰ ਰਹੂੰਗਾ ਤੇ ਅਸੀਂ ਆਪਣੇ ਘਰ ਹੋਵਾਂਗੇ, ਵੱਡਾ ਹੋਊਗਾ ਆਪਣੇ ਘਰ ਹੋਵੇਗਾ। ਅੱਜ ਕੱਲ੍ਹ ਕਿਸੇ ਨੂੰ ਲੋੜਾਂ ਹੈ ਨਹੀਂ ਜੀ ਕਿਸੇ ਕੋਲ। ਤੇ ਉਹ ਇੱਕ ਬਸ ਇਹੀ ਆ ਕਿ
ਜਾਂ ਤਾਂ ਧਾਰਮਿਕ ਤੌਰ ਤੇ ਲੋਕ ਇਕੱਠੇ ਹੋ ਸਕਦੇ, ਜਾਂ ਆਪਣੇ ਸਿਹਤ ਪੱਖ ਨੂੰ, ਜਾਂ ਆਪਣੀ ਕਿਸੇ ਖੇਡ ਨੂੰ ਲੈ ਕੇ ਇਕੱਠੇ ਹੋ ਸਕਦੇ ਆ। ਸੋ ਸਫਲ ਰਿਹਾ ਪਾਰਕਾਂ ਦਾ ਬਹੁਤ ਸਫਲ ਰਿਹਾ। ਜਦੋਂ ਅਸੀਂ ਪਹਿਲੀ ਵਾਰੀ ਜਦੋਂ ਪਾਰਕਾਂ ਬਣਾਈਆਂ ਨਾ, ਉਸ ਤੋਂ ਬਾਅਦ ਅਸੀਂ ਦੇਖਿਆ ਕਿ ਬੀਬੀਆਂ ਹੁਣ ਮਤਲਬ ਪਿੰਡਾਂ ਦੇ ਵਿੱਚ ਵੀ ਹੁੰਦਾ ਹੈ ਜੀ ਕਿ ਇਸ ਕੈਟਾਗਰੀ ਇਦਾਂ ਉਦਾਂ, ਤੇ ਉਹ ਸਾਰੇ ਅਸੀਂ ਦੇਖਿਆ ਕਿ ਇਕੱਠੇ ਹੋ ਗਏ। ਫਿਰ ਅਸੀਂ ਸਮਾਜਿਕ ਪਾੜਾ ਘਟ ਗਿਆ। ਫਿਰ ਅਸੀਂ ਧੀਆਂ ਦਾ ਜਿਹੜਾ ਮੇਲਾ ਉਹ ਸ਼ੁਰੂ ਕੀਤਾ ਜੀ ਪਿੰਡ ਦੇ ਵਿੱਚ ਹੀ। ਤੇ ਪਹਿਲੀ ਵਾਰੀ ਕੀਤਾ ਤੇ ਸਾਨੂੰ ਉਮੀਦ ਨਹੀਂ ਸੀ ਕਿ ਜਿੰਨਾ ਹੋ ਗਿਆ। ਪਿੰਡ ਦੀਆਂ ਹੋਰ ਧੀਆਂ ਵੀ ਉਹ ਵੀ ਆਈਆਂ, ਤੇ ਅਸੀਂ ਜਿੰਨੀ ਕੁ ਜਗ੍ਹਾ ਕੀਤੀ ਸੀ ਕਿ ਇੰਨੀ ਕੁ ਜਗ੍ਹਾ ਦੇ ਵਿੱਚ 400-500 ਬੰਦਾ ਹੋ ਜਾਣਾ, ਤੇ ਤੁਸੀਂ ਯਕੀਨ ਜਾਣੋ 700 ਤੋਂ 800 ਮਤਲਬ ਲੇਡੀਜ਼ ਜਿਹੜੀਆਂ ਇਕੱਠੀਆਂ ਹੋ ਗਈਆਂ ਸੀ। ਤੇ ਅਸੀਂ 3-4 ਵਾਰੀ ਉਹ ਧੀਆਂ ਦਾ ਮੇਲਾ ਕੀਤਾ, ਤੇ ਇਸ ਵਾਰ ਸਾਨੂੰ ਇੱਕ ਪੈਲਸ ਕਰਨਾ ਪਿਆ ਉਹਦੇ ਲਈ ਬੁੱਕ, ਕੇ ਸਾਡੇ ਕੋਲ ਥਾਂ ਘਟ ਗਿਆ ਸੀ ਜੀ। ਅੱਛਾ ਸਰਪੰਚ ਸਾਹਿਬ, ਇੱਕ ਚੀਜ਼ ਹੋਰ ਦੱਸਿਓ, ਤੁਹਾਡੀ ਪੰਚਾਇਤ ਯੂਨੀਅਨ, ਸਰਪੰਚ ਯੂਨੀਅਨ, ਤੁਸੀਂ ਕਿਹਾ ਕਿ ਮਜਬੂਰ ਹੁੰਦਾ, ਜੇ ਕਈਆਂ ਨੂੰ ਆਦਤ ਵੀ ਹੁੰਦੀ ਖਾਣ ਦੀ ਜੀ, ਫਿਰ ਉਹਦਾ ਵਿਰੋਧ ਵੀ ਕਰਦੇ ਹੋ ਕਿ ਆਪਣਾ ਬੰਦਾ ਕਹਿ ਕੇ ਦੱਬ ਛੱਡਦੇ ਹੋ ਗੱਲ? ਨਹੀਂ, ਵਿਰੋਧ ਕਰਦੇ ਆ ਸਰ। ਸਾਡੇ ਤਕਰੀਬਨ 2 ਤੋਂ 3 ਹੁਣ ਜਿਹੜੇ ਸਰਪੰਚ ਆ ਸਸਪੈਂਡ ਹੋਏ ਯੂਨੀਅਨ ਚੋਂ। ਵੈਸੇ ਸਸਪੈਂਡ ਹੋਏ। ਤੁਸੀਂ ਵੀ ਸਸਪੈਂਡ ਕਰਤੇ ਹੋਏ? ਅਸੀਂ ਉਹਨਾਂ ਦੇ ਮਗਰ ਨਹੀਂ ਖੜੇ ਜੀ। ਨਹੀਂ ਖੜੇ, ਠੀਕ ਹੈ। ਧਰਨੇ ਧੁਰਨੇ ਤਾਂ ਨਹੀਂ ਲਾਤੇ ਜਾ ਕੇ ਸਾਡਾ ਬੰਦਾ ਚੱਕ ਲੈ? ਅਸੀਂ ਦੇਖੋ ਪਹਿਲਾਂ ਵੈਰੀਫਾਈ ਕੀਤਾ ਜੀ। ਇੱਕ ਪਿੰਡ ਇਦਾਂ ਦਾ ਸੀਗਾ ਕਿ ਉਸ ਪਿੰਡ ਨੇ ਇਦਾਂ ਸੀ ਕਿ ਗ੍ਰਾਂਟ ਜਿਹੜੀ ਸੀਗੀ, ਗ੍ਰਾਂਟ ਦੀ ਲੇਬਰ ਤੱਕ ਕਢਾ ਲਈ ਕਿ ਆਹ ਬਰਾਂਡਾ ਇੱਥੇ ਬਣ ਕੇ ਤਿਆਰ ਹੋ ਗਿਆ ਹੈ, ਕੁਝ ਨਹੀਂ ਸੀ ਮੌਕੇ ਤੇ, ਕੁਝ ਨਹੀਂ ਸੀ। ਠੀਕ ਹੈ। ਤੇ ਅਸੀਂ ਇਸ ਇਦਾਂ ਦੇ ਬੰਦੇ ਦਾ ਫਿਰ ਵਿਰੋਧ ਵੀ ਕਰਦੇ ਹਾਂ, ਉਹਦੇ ਨਾਲ ਨਹੀਂ ਖੜੇ ਹੈਗੇ। ਨਹੀਂ, ਠੀਕ ਹੈ। ਇੱਕ ਚੀਜ਼ ਹੋਰ ਦੱਸਿਓ, ਰੁਜ਼ਗਾਰ ਬਹੁਤ ਵੱਡਾ ਰੌਲਾ ਜੀ। ਕੰਮ ਤਾਂ ਮਿਲੂਗਾ ਜੇ ਸਾਡੇ ਨੌਜਵਾਨ ਪੀੜ੍ਹੀ ਨੂੰ ਕੰਮ ਆਉਂਦਾ ਹੋਊਗਾ। ਮੈਨੂੰ ਨਹੀਂ ਪਤਾ ਕਿ ਪੰਚਾਇਤਾਂ ਦਾ ਅਧਿਕਾਰ ਕਿੰਨਾ ਕੁ ਹੁੰਦਾ। ਤੁਸੀਂ ਕੋਈ ਪਿੰਡ ਦੇ ਵਿੱਚ, ਕਿਉਂਕਿ ਤੁਸੀਂ ਐਮਟੈਕ ਕੀਤੀ, ਤੁਹਾਨੂੰ ਪਤਾ ਹੈ ਕਿ ਸਮੱਸਿਆ ਕਿੱਥੇ ਖੜੀ ਹੈ, ਕੋਈ ਮਾੜਾ ਮੋਟਾ ਕੋਈ ਐਜੂਕੇਸ਼ਨ ਵਾਲਾ ਕੋਈ ਉੱਧਰਲੇ ਪਾਸੇ ਨੂੰ ਕੰਮ ਸ਼ੁਰੂ ਕੀਤਾ ਕਿ ਜਿਹਦੇ ਨਾਲ ਕਿ ਕੁਛ ਸਿੱਖ ਕੇ ਬੱਚਾ ਅੱਗੇ ਭਵਿੱਖ ਦੇ ਲਈ, ਰੁਜ਼ਗਾਰ ਦੇ ਲਈ ਤਿਆਰ ਹੋ ਜਾਏ? ਜੀ ਬਿਲਕੁਲ ਸਰ, ਜਿੱਦਾਂ ਐਜੂਕੇਸ਼ਨਲ ਦੀ ਗੱਲ ਕਰੀਏ ਨਾ ਜੀ, ਤੇ ਅੱਜ ਕੱਲ੍ਹ ਜਿੱਦਾਂ ਪਿੰਡਾਂ ਤੋਂ ਬਹੁਤੇ ਪਿੰਡਾਂ 'ਚ ਤਾਂ ਬੱਸਾਂ ਹੀ ਨਹੀਂ ਪਹੁੰਚਦੀਆਂ, ਤੇ ਉਹ ਇੱਕ ਕਮਿਊਨੀਕੇਸ਼ਨ ਗੈਪ ਜਿਹੜਾ ਹੈਗਾ ਉਹ ਬਹੁਤ ਆ, ਨਾ ਬਹੁਤੇ ਪਿੰਡਾਂ ਦੇ ਅਵੇਅਰ ਆ। ਜਿਹੜੀ ਐਜੂਕੇਸ਼ਨ ਨੂੰ ਆ ਪਿੰਡਾਂ ਤੱਕ ਲਿਆਉਣਾ ਇੱਕ ਸਰਪੰਚ ਦੀ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਹੋ ਜਾਂਦੀ ਹੈ, ਚੁਣੌਤੀ ਹੈ ਜੀ। ਕਿਉਂਕਿ ਅਸੀਂ ਕਾਲਜਾਂ ਤੱਕ ਤਾਂ ਬੱਚਿਆਂ ਨੂੰ ਰੋਜ਼ ਨਹੀਂ ਭੇਜ ਸਕਦੇ, ਪਰ ਕਾਲਜਾਂ ਨੂੰ ਅਸੀਂ ਪਿੰਡ ਤੱਕ ਤਾਂ ਲਿਆ ਸਕਦੇ ਹਾਂ। ਠੀਕ ਹੈ। ਇਵੇਂ ਸਰ ਅਸੀਂ ਇੱਕ ਬਲੀਨਾ ਸਕਿੱਲ ਸੈਂਟਰ ਦੇ ਨਾਂ ਤੇ ਉੱਤੇ ITI ਪਿੰਡ ਦੇ ਵਿੱਚ ਖੋਲੀ ਹੋਈ ਆ, ਜੋ ਕਿ ਬਿਲਕੁਲ ਮੁਫਤ ਆ। ਅੱਛਾ, ਫ੍ਰੀ ਹੈ? ਬਿਲਕੁਲ ਫ੍ਰੀ ਹੈ ਸਰ। ਠੀਕ ਹੈ ਜੀ। ਉਹਦੇ ਵਿੱਚ ਸਰ ਕੰਪਿਊਟਰ ਐਪਲੀਕੇਸ਼ਨ ਦਾ ਕੋਰਸ ਆ, ਡਿਪਲੋਮਾ ਹੈਗਾ ਕੰਪਿਊਟਰ ਦਾ, ਤੇ ਇਵੇਂ ਫੈਸ਼ਨ ਡਿਜ਼ਾਈਨਿੰਗ ਦਾ, ਕਟਿੰਗ ਐਂਡ ਟੇਲਰਿੰਗ ਦਾ ਕੋਰਸ ਕਰਾਉਂਦੇ ਆ, ਸ਼ਾਰਟ ਹੈਂਡ ਦਾ ਕੋਰਸ ਜਿਹੜਾ ਉਹ ਕਰਾਉਂਦੇ ਆ। ਅੱਛਾ, ਸ਼ਾਰਟ ਹੈਂਡ ਦਾ ਵੀ ਕਰਾਉਂਦੇ? ਉਹਦੀ ਮੰਗ ਬਹੁਤ ਆ ਪੰਜਾਬ 'ਚ ਜੀ। ਬਿਲਕੁਲ ਜੀ। ਤੇ ਬਹੁਤਿਆਂ ਨੂੰ ਇਸ ਚੀਜ਼ ਦਾ ਪਤਾ ਵੀ ਹੈ ਨਹੀਂਗਾ। ਅੱਛਾ ਜੀ। ਕਿਉਂਕਿ ਅੱਜ ਕੱਲ੍ਹ ਜਿਵੇਂ ਜੱਜ ਸਾਹਿਬ ਦੇ ਰੀਡਰ ਲੱਗਦੇ, ਉਹਨਾਂ ਲਈ ਕੋਰਸ ਬਹੁਤ ਜ਼ਰੂਰੀ ਹੈ, ਕੰਪਲਸਰੀ ਹੈ। ਮੈਂ ਕਦੇ ਸੀਟਾਂ ਭਰੀਆਂ ਨਹੀਂ ਦੇਖੀਆਂ, ਜੇ 100 ਬੰਦਾ ਚਾਹੀਦਾ 60-70 ਹੀ ਹੁੰਦੇ ਉੱਥੇ। ਬਿਲਕੁਲ ਸਰ ਜੀ। ਕਿਉਂਕਿ ਅਸੀਂ ਲੋਕ ਅਵੇਅਰ ਹੈ ਨਹੀਂ, ਸਾਨੂੰ ਪਤਾ ਨਹੀਂ ਕਿ ਕਿਹੜੀ ਜੋਬ ਕਿੱਦਾਂ ਮਿਲਣੀ ਹੈ। ਤੇ ਇਵੇਂ ਸਰ ਜਿਹੜਾ ਇਹ ਸਾਡੇ ਕੋਰਸ ਹੈ, ਇਹ ਸਾਡੇ NRIਆਂ ਦੀ ਇਹਦੇ ਵਿੱਚ ਬਹੁਤ ਵੱਡੀ ਦੇਣ ਆ। ਠੀਕ ਹੈ। NRI ਨਾਲ ਜੁੜੇ ਹੋਏ ਨੇ? ਬਿਲਕੁਲ ਸਰ। ਤੇ ਅਸੀਂ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ, ਅਸੀਂ ਵੈਸੇ ਸਾਡੇ ਕੋਲ ਜਿਹੜੇ ਇਨਫਰਾਸਟਰਕਚਰ ਆ ਉਹਦੀ ਕਮੀ ਆ, ਢਾਂਚੇ ਦੀ ਕਮੀ ਆ, ਤੇ ਇੱਕ ਜਿਹੜਾ ਸਿਲਾਈ ਕਢਾਈ, ਕਟਿੰਗ ਐਂਡ ਟੇਲਰਿੰਗ ਦਾ ਕੋਰਸ ਆ, ਉਹ ਅਸੀਂ ਪੰਚਾਇਤ ਘਰ ਦੇ ਵਿੱਚ ਕਰਾਉਂਦੇ ਆ। ਤੇ ਜਿਹੜਾ ਕੰਪਿਊਟਰ ਐਪਲੀਕੇਸ਼ਨ ਦਾ ਕੋਰਸ ਆ, ਉਹ ਅਸੀਂ ਇੱਕ ਕਮਿਊਨਿਟੀ ਹਾਲ ਆ ਗੁਰੂ ਰਵਿਦਾਸ ਮੰਦਿਰ ਦੇ ਨਾਲ, ਉੱਥੇ ਅਸੀਂ ਕਰਵਾਉਂਦੇ ਆ। ਠੀਕ ਹੈ ਜੀ। ਤੇ NRI ਸਹਿਯੋਗ ਦਿੰਦੇ ਆ ਇਹਦੇ ਲਈ, ਇਸ ਕੰਮ ਲਈ? ਬਿਲਕੁਲ ਸਰ। ਉਹਦੇ ਵਿੱਚ ਅਸੀਂ ਮੇਹਰ ਚੰਦ ਪੋਲੀਟੈਕਨੀਕਲ ਕਾਲਜ ਆ, ਉਹਦੇ ਨਾਲ ਸਾਡੀ ਐਫੀਲੀਏਸ਼ਨ ਆ। ਠੀਕ ਹੈ ਜੀ। ਤੇ ਸਰਟੀਫਿਕੇਟ ਮਿਲਦੇ ਬਕਾਇਦਾ? ਬਿਲਕੁਲ। ਠੀਕ ਹੈ ਜੀ। ਤੇ ਉਹ ਮੇਹਰ ਚੰਦ ਕਾਲਜ ਬਹੁਤ ਪੁਰਾਣਾ ਹੈ ਜੀ। ਹਾਂਜੀ। ਤੇ ਕਾਫੀ ਨਾਮਵਰ ਕਾਲਜ ਹੈ ਜੀ। ਤੇ ਕਾਲਜ ਵਾਲੇ ਵੀ ਸਾਡੇ ਕੋਲ ਪੈਸੇ ਚਾਰਜ ਨਹੀਂ ਕਰਦੇ, ਤੇ ਅਸੀਂ ਵੀ ਬੱਚਿਆਂ ਤੋਂ ਚਾਰਜ ਨਹੀਂ ਕਰਦੇ। ਜਿਹੜੀ ਟੀਚਰਾਂ ਦੀ ਤਨਖਾਹ ਆ ਜੀ, ਉਹ ਅਸੀਂ ਪਿੰਡ ਦੇ ਵਿੱਚ ਜਿਹੜੇ ਰਿਟਾਇਰਡ ਪਰਸਨ ਆ ਜਾਂ ਅਸੀਂ ਆਪ ਆ, ਉਹ ਅਸੀਂ ਕੰਟਰੀਬਿਊਟ ਕਰਦੇ ਮਹੀਨੇ ਦਾ। ਠੀਕ ਹੈ ਜੀ। 500 ਰੁਪਇਆ, 1000 ਰੁਪਇਆ, ਇਦਾਂ ਸਾਰਿਆਂ ਨੇ ਲਾਇਆ। ਇਵੇਂ ਬਾਹਰੋਂ ਜਿਹੜੇ ਸਾਡੇ NRI ਆ, ਉਹ ਕੁਛ ਨਾ ਕੁਛ ਕੰਟਰੀਬਿਊਟ ਕਰਦੇ। ਜਦੋਂ ਉਹਨਾਂ ਨੂੰ ਲੱਗਦਾ ਵੀ ਚੰਗਾ ਕੰਮ ਹੋ ਰਿਹਾ ਤਾਂ ਦਿੰਦੇ ਆ? ਬਿਲਕੁਲ ਸਰ। ਠੀਕ ਹੈ ਜੀ। ਇਵੇਂ ਸਰ ਸਾਡੇ ਹੁਣ NRI ਨੇ 24 ਤਰੀਕ ਨੂੰ ਇੱਕ ਉਦਘਾਟਨ ਆ ਹੁਣ ਸਾਡੇ। ਠੀਕ ਹੈ। ਅਸੀਂ ਜਿਹੜੇ ITI ਦੇ ਉੱਪਰ ਸੀਗਾ, ਅਸੀਂ ਦੇਖਿਆ ਕਿ ਜਿਹੜਾ ਬਿਜਲੀ ਦਾ ਖਰਚਾ ਸਾਨੂੰ ਬਹੁਤ ਪੈ ਰਿਹਾ, ਅਸੀਂ ਉੱਥੇ ਸੋਲਰ ਲਗਾ ਦਿੱਤਾ। ਠੀਕ ਹੈ ਜੀ। ਜਿਹੜਾ ਕੰਪਿਊਟਰ ਐਪਲੀਕੇਸ਼ਨ ਦਾ ਜਿੱਥੇ ਅਸੀਂ ਕੋਰਸ ਕਰਵਾਉਂਦੇ ਆ, ਉੱਥੇ ਸਾਡੇ ਕੋਲ 12 ਕੰਪਿਊਟਰ ਆ ਜੀ। 12 ਕੰਪਿਊਟਰ ਆ, ਤੇ ਹੁਣ ਮੋਰੇ ਗਰਮੀਆਂ ਆਉਣ ਵਾਲੀਆਂ, ਉੱਥੇ ਬੱਚਿਆਂ ਨੂੰ AC ਵੀ ਚਾਹੀਦਾ ਜੀ, ਤੇ ਕੰਪਿਊਟਰ ਵੀ ਹੀਟ ਕਰ ਜਾਂਦੇ, ਉਹਨਾਂ ਨੂੰ AC ਚਾਹੀਦਾ। ਇਸ ਕਰਕੇ ਅਸੀਂ ਹੁਣ 5 ਕਿਲੋਵਾਟ ਦਾ ਉੱਥੇ ਸੋਲਰ ਲਗਵਾਇਆ ਜੀ। ਕੀ ਬਾਤ ਹੈ। ਠੀਕ ਹੈ। ਤੇ ਇਵੇਂ ਕਟਿੰਗ ਐਂਡ ਟੇਲਰਿੰਗ ਦੇ ਵਿੱਚ ਆ, ਉੱਥੇ ਅਸੀਂ 2 ਕਿਲੋਵਾਟ ਦਾ ਸੋਲਰ ਲਗਵਾਇਆ, ਕਿਉਂਕਿ ਉੱਥੇ ਵੀ ਪੱਖੇ ਵਗੈਰਾ ਚੱਲਦੇ, ਮਸ਼ੀਨਾਂ ਜਿਹੜੀਆਂ ਇਲੈਕਟ੍ਰੀਕਲ ਆ ਉਹ ਚੱਲਦੀਆਂ ਹੈਗੀਆਂ। ਅੱਛਾ, ਮੈਨੂੰ ਇੱਕ ਦੱਸਿਓ,
ਸੋਲਰ ਤੁਸੀਂ ਆਪ ਕਾਹਨੂੰ ਲਾਉਣਾ ਸੀ? ਅਸੀਂ ਤਾਂ ਬਹੁਤ ਅਖਬਾਰਾਂ 'ਚ ਪੜ੍ਹਦੇ ਹਾਂ, ਟੀਵੀ 'ਚ ਦੇਖਦੇ, ਅਸੀਂ ਬੋਲਦੇ ਵੀ ਇੱਕ ਸਰਕਾਰ ਦੀਆਂ 100 ਸਕੀਮਾਂ ਨੇ ਕਿ ਸੋਲਰ ਤਾਂ ਜਿੱਦਾਂ ਮਰਜ਼ੀ ਲਵਾਓ, ਬਹੁਤ ਸਬਸਿਡੀ ਮਿਲਦੀ, ਬੜਾ ਕੁਝ ਮਿਲਦਾ, ਸਰਕਾਰ ਦੇ 20 ਪ੍ਰੋਜੈਕਟ ਨੇ। ਜੀ ਸਰ, 2020 ਦੇ ਵਿੱਚ ਅਸੀਂ ਇੱਕ MP ਸਾਹਿਬ ਤੋਂ ਗ੍ਰਾਂਟ ਲਈ ਸੀਗੀ 10 ਕਿਲੋਵਾਟ ਸੋਲਰ ਦੇ ਲਈ। ਮਿਲ ਗਈ ਸੀ ਗ੍ਰਾਂਟ ਵੀ ਮਿਲ ਗਈ, ਪੇਡਾ ਦੇ ਅਕਾਊਂਟ ਦੇ ਵਿੱਚ ਵੀ ਚਲੇਗੀ। ਠੀਕ ਹੈ ਪਰ ਅੱਜ ਜਿਹੜੇ ਡਿਪਾਰਟਮੈਂਟ ਨੇ ਲਾਉਣਾ, ਡਿਪਾਰਟਮੈਂਟ ਜਿਹੜੇ ਨੇ ਲਗਾਉਣਾ, એનર્ਜੀ ਵਾਲਾ ਜਿਹੜਾ ਡਿਪਾਰਟਮੈਂਟ ਹੈ, ਪੰਜਾਬ એનર્ਜੀ ਡਿਵੈਲਪਮੈਂਟ ਅਥਾਰਟੀ ਜੀ, ਉਹਨਾਂ ਕੋਲ ਗ੍ਰਾਂਟ ਵੀ ਚਲੇਗੀ। ਅੱਜ 2023 ਹੋ ਗਿਆ ਜੀ, ਉਹ ਹਜੇ ਤੱਕ ਸਾਡੇ ਪਿੰਡ ਸੋਲਰ ਨਹੀਂ ਲੱਗਾ ਜੀ। ਮੈਂ ਇੱਕ ਵਾਰੀ ਫਿਰ ਦੱਸਦਾ ਕਿ 3 ਸਾਲ ਪਹਿਲਾਂ 2020 'ਚ ਜੀ ਤੁਸੀਂ MP ਸਾਹਿਬ ਨੂੰ ਬੇਨਤੀ ਕੀਤੀ ਕਿ ਸੋਲਰ ਸਿਸਟਮ ਚਾਹੀਦਾ, ਜੀ ਉਹਨਾਂ ਨੇ ਤੁਹਾਨੂੰ ਗ੍ਰਾਂਟ ਦੇ ਦਿੱਤੀ। ਜੀ ਜਿਹੜੇ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਨੇ, ਪੇਡਾ ਨੇ, ਉਹ ਲਾਉਣਾ, ਜੀ ਗ੍ਰਾਂਟ ਉਹਨਾਂ ਨੂੰ ਚਲੇਗੀ, ਪਰ ਉਹ ਸੌਦਾ ਨਹੀਂ ਲੱਗਾ। ਨਹੀਂ ਲੱਗਾ ਜੀ। ਕਦੇ ਪੁੱਛਿਆ ਮੁੜ ਕੇ? ਸਰ ਮੈਂ ਤਾਂ ਮਤਲਬ ਹਰ ਦੂਸਰੇ ਦਿਨ ਉਹਨਾਂ ਦੇ ਕੋਲ ਜਾਂਦਾ ਹੀ। ਜਿਹੜਾ ਇੱਥੇ ਜਲੰਧਰ ਇਹਨਾਂ ਦਾ ਆਫਿਸ ਹੈ, ਉਹ ਆਫਿਸ ਵੀ ਨਹੀਂ ਅੱਜ ਤੱਕ ਖੁੱਲਿਆ ਪੇਡਾ ਦਾ। ਅੱਛਾ ਜੀ, ਕੀ ਬਾਤ ਹੈ। ਤੇ ਉਹ ਕਹਿੰਦੇ ਇੱਥੇ ਹੁੰਦੇ ਨਹੀਂ ਸਰ, ਚੰਡੀਗੜ੍ਹ ਹੁੰਦੇ ਆ। ਮੈਂ ਤਾਂ ਫੋਨ ਬਹੁਤ ਕੀਤੇ ਜੀ। ਜੀ, ਤੇ ਹੁਣ ਥੋੜਾ ਜਿਹਾ ਆਪ ਹੀ ਲਾਉਣਾ ਪਿਆ ਇੱਥੇ, ਹੁਣ ਫਿਰ ਆਪ ਹੀ ਲਗਾਉਣਾ ਪਿਆ ਜੀ। ਹੁਣ ਮਤਲਬ ਸਰਕਾਰਾਂ ਦੇ ਕੰਮ ਇਦਾਂ ਆ ਜੀ ਕਿ ਫਿਰ ਕਹਿੰਦੇ ਆ ਕਿ ਪੰਚਾਇਤ ਇਹ ਨਹੀਂ ਕਰਦੀ, ਉਹ ਨਹੀਂ ਕਰਦੀ। ਦੇਖੋ ਲੋਕੀ ਸਾਡੇ ਤੇ ਸਿੱਧੇ ਤੌਰ ਦੇ ਉੱਤੇ ਡਿਪੈਂਡ ਆ। ਉਹਨਾਂ ਨੇ ਕਹਿਣਾ ਜੀ ਸਰਪੰਚ ਸਾਹਿਬ ਸਾਨੂੰ ਆਹ ਕਰਕੇ ਦਿਓ ਜੀ। ਅਸੀਂ ਅੱਗੇ ਅਫਸਰਸ਼ਾਹੀ ਦੇ ਉੱਤੇ ਡਿਪੈਂਡ ਆ ਕਿ ਜੀ ਸਾਡੇ ਪਿੰਡ ਨੂੰ ਆਹ ਲੋੜ ਆ, ਸਾਨੂੰ ਇੱਕ ਆਹ ਐਸਟੀਮੇਟ ਲਾ ਕੇ ਦਿਓ, ਆਹ ਸਾਨੂੰ ਟੈਕਨੀਕਲ ਸੈਂਕਸ਼ਨ ਦਿਓ, ਆਹ ਸਾਨੂੰ ਪ੍ਰਬੰਧਕੀ ਜਿਹੜੀ ਸੈਂਕਸ਼ਨ ਦਿਓ ਕਿ ਅਸੀਂ ਪਿੰਡ ਦੇ ਵਿੱਚ ਕੰਮ ਕਰਵਾਈਏ। ਉਹ ਪਿੰਡ ਤੋਂ ਲੈ ਕੇ ਸਾਡੇ ਤੱਕ ਤਾਂ ਆ ਗਿਆ। ਸਾਡੀ ਜਿਹੜੀ ਗੱਲ ਆ ਉੱਥੇ ਉਹਨੂੰ ਇੰਪਲੀਮੈਂਟ ਹੁੰਦਿਆਂ ਕਈ ਵਾਰੀ ਜਿਵੇਂ ਆਪਾਂ ਗੱਲ ਕੀਤੀ ਕਈ ਸਾਲ ਲੱਗ ਜਾਂਦੇ ਆ। ਅੱਛਾ ਸਰਪੰਚ ਸਾਹਿਬ, ਸਮਾਂ ਬਹੁਤਾ ਨਹੀਂ ਹੈ, ਮੰਗ ਕੀ ਹੈ? ਕਿਵੇਂ ਦਰੁਸਤ ਹੋ ਸਕਦਾ ਕੰਮ? ਸਰਪੰਚਾਂ ਦੀਆਂ ਦਿੱਕਤਾਂ, ਦਿਹਾੜੀ ਦਾ ਫਰਕ ਹੈ, ਮਿਹਨਤਾਨੇ ਦਾ ਖਰਚ ਸਰਪੰਚਾਂ ਨੂੰ ਹੁੰਦੇ ਆ, ਮਾਣ ਭੱਤਾ ਮਿਲਦਾ ਨਹੀਂ, ਸਰਕਾਰੀ ਦਰਬਾਰੇ ਤੁਹਾਡੀ ਫਾਈਲ ਚੰਡੀਗੜ੍ਹ ਜਾ ਕੇ ਮੁੜਦੀ ਆ, ਪਤਾ ਹੀ ਨਹੀਂ। 35 ਸਾਲ ਤਾਂ ਤੁਸੀਂ ਆਪ ਹੀ ਦੱਸ ਦਿੱਤੇ ਹਸਪੀਟਲ ਵਾਲੇ ਮਸਲੇ 'ਚ, ਆ 3 ਸਾਲ ਇੱਕ ਸੋਲਰ ਸਿਸਟਮ ਵਾਲੇ ਦੱਸਤੇ। ਜਾਣੀ ਕਿਵੇਂ ਦਰੁਸਤ ਹੋ ਸਕਦਾ? ਮੰਗ ਕੀ ਹੈ ਸਰਕਾਰ ਤੋਂ? ਸਰ ਇਹੀ ਆ, ਦੇਖੋ ਜਿਹਦਾ ਕੰਮ ਆ ਜੀ ਉਹਨੂੰ ਉਹ ਕੰਨ ਦਿੱਤਾ ਜਾਵੇ। ਜਿਵੇਂ ਸਾਡਾ ਪੰਚਾਇਤਾਂ ਦਾ ਕੰਮ ਆ ਜੀ, ਦੇਖੋ ਇਹ ਨਹੀਂ ਕਿ ਸਾਰਾ ਕੁਝ ਆਪਣੇ ਇੱਕ ਹੱਥ ਦੇ ਵਿੱਚ ਰੱਖ ਕੇ ਕਿ ਜੀ ਮੈਂ ਹੀ ਕਰੂੰਗਾ, ਕਿ ਮੇਰੇ ਕੋਲ ਆਉਣ, ਪਿੰਡ ਦੇ ਸਾਰੇ ਆਉਣ, ਮੇਰੇ ਕੋਲ ਆਉਣ ਤੇ ਮੈਂ ਫੇਰ ਪੈਨ ਚਲਾਉਣਾ ਤੇ ਫੇਰ ਕੰਮ ਹੋਣਾ। ਜਿਹਦਾ ਕੰਮ ਹੈ ਨਾ, ਉਹਨੂੰ ਕੰਨ ਦਿੱਤਾ ਜਾਵੇ। ਤੇ ਉਹ ਦੇਖੋ ਜੇ ਅੱਜ ਮੈਂ ਉਹਦੇ ਤੇ ਬੈਠਾ, ਮੈਂ ਵੀ ਜਵਾਬਦੇਹ ਹਾਂ ਲੋਕਾਂ ਦੇ ਮੂਹਰੇ। ਜੇ ਮੈਂ ਕੰਮ ਨਹੀਂ ਕਰੂੰਗਾ ਤੇ ਲੋਕਾਂ ਨੇ ਮੈਨੂੰ ਅੱਗੇ ਤੋਂ ਆਪ ਹੀ ਨਹੀਂ ਚੁਣਨਾ ਹੈਗਾ। ਠੀਕ ਹੈ। ਦੂਸਰਾ ਇੱਕ ਸੋਚ ਹੁੰਦੀ ਹੈ ਕਿ ਮੈਂ ਕੰਮ ਕਰਨਾ ਹੈ, ਤੇ ਜਿਹੜਾ ਬੰਦਾ ਇੱਕ ਡੈਜ਼ਿਗਨੇਸ਼ਨ ਦੇ ਉੱਪਰ ਆ ਗਿਆ ਉਹ ਕੰਮ ਕਰੂਗਾ, 100% ਕਰੂਗਾ। ਇਹ ਤਾਂ ਨਹੀਂ ਕਿ ਉਹ ਜੇ ਕਿਸੇ ਡੈਜ਼ਿਗਨੇਸ਼ਨ ਤੇ ਆਇਆ ਉਹਨੇ ਕੰਮ ਨਹੀਂ ਕਰਨਾ। ਉਹ ਜਿੱਦਾਂ ਦੀ ਉਹਦੀ ਸੋਚ ਹੈ, ਉਹਨੇ ਆਪਣੇ ਹਿਸਾਬ ਨਾਲ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਨੀ ਆ ਜੀ। ਦੂਸਰਾ ਇਹ ਆ ਕਿ ਜਿਹੜਾ ਪਿੰਡਾਂ ਦੇ ਵਿੱਚ ਆ, ਮੇਰੇ ਹਿਸਾਬ ਦੇ ਨਾਲ ਜਿਹੜੀ ਪੋਲੀਟੀਕਲ ਪ੍ਰੈਸ਼ਰ ਇਹ ਘਟਣਾ ਚਾਹੀਦਾ, ਕਿਉਂਕਿ ਪਿੰਡਾਂ ਦੇ ਵਿੱਚ ਇੱਕ ਭਾਈਚਾਰਕ ਸਾਂਝ ਹੁੰਦੀ ਆ। ਅੱਜ ਅਸੀਂ ਉਹਨਾਂ ਨੂੰ ਪਾਰਟੀਬਾਜ਼ੀਆਂ ਦੇ ਨਾਲ ਜੋੜਦੇ ਹਾਂ, ਧੜਿਆਂ ਦੇ ਵਿੱਚ ਵੰਡ ਰਹੇ ਹਾਂ। ਉਹ ਕਿਤੇ ਨਾ ਕਿਤੇ ਬਹੁਤ ਵੱਡੀ ਗਲਤੀ ਹੈ, ਨੁਕਸਾਨ ਹੋ ਰਿਹਾ। ਜੇਕਰ ਇੱਕ ਧੜਾ ਜਾਂ ਕਹਿ ਲਓ ਇੱਕ ਜਿਹੜੇ ਪਿੰਡ ਦੀ ਨੁਮਾਇੰਦਗੀ ਕਰ ਰਹੇ ਆ, ਉਹਨਾਂ ਨੂੰ ਪਿੰਡ ਵਾਲਿਆਂ ਨੇ ਚੁਣ ਲਿਆ ਕਿ ਤੁਸੀਂ ਸਾਡੇ ਪਿੰਡ ਦੀ ਨੁਮਾਇੰਦਗੀ ਕਰੋ, ਤੁਸੀਂ ਸਾਡੇ ਪਿੰਡ ਨੂੰ ਬਿਹਤਰ ਬਣਾਓ। ਫਿਰ ਦੂਸਰਾ ਧੜਾ ਉੱਠੂਗਾ, ਨਹੀਂ ਜੀ ਇਹ ਆ ਬੰਦੇ, ਆਪਾਂ ਨਹੀਂ ਇਹ ਪਿੰਡ ਦੀ ਡਿਵੈਲਪਮੈਂਟ, ਦੂਜੀ ਪਾਰਟੀ ਦੇ ਆ। ਹਾਂ, ਜਦੋਂ ਤੱਕ ਸਰਕਾਰਾਂ ਦੇ ਨਾਲ ਮੈਂ ਤਾਂ ਮਤਲਬ ਉਹਨਾਂ ਧੜੇ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਪਿੰਡ ਦੇ ਲਈ ਇਕਮੁੱਠ ਹੋ ਕੇ ਰਹੋ, ਕਿਉਂਕਿ ਅੱਜ ਪਿੰਡਾਂ ਦਾ ਦੁਖਾਂਤ ਹੀ ਇਹੀ ਹੈ ਜੀ। ਪਿੰਡ ਇਹ ਨਹੀਂ ਕਿ ਕਿਸੇ ਸਰਕਾਰ ਨੇ ਆ ਕੇ ਨਹੀਂ ਰੋਕਣਾ ਕੰਮ ਤੁਹਾਡਾ, ਪਿੰਡ ਦੇ ਵਿੱਚ ਪਿੰਡ ਦੇ ਲੋਕ ਹੀ ਹੁੰਦੇ ਆ ਜਿਹੜੇ ਕੰਮ ਰੋਕਦੇ ਕਿ ਇਹ ਕੰਮ ਨਾ ਹੋ ਜਾਵੇ, ਇਹਦਾ ਨਾਮ ਹੋ ਜਾਣਾ। ਤੇ ਅਸੀਂ ਇਸ ਕਰਕੇ ਅੱਜ 70-75 ਸਾਲ ਹੋ ਗਏ ਅਸੀਂ ਗਲੀਆਂ ਨਾਲੀਆਂ ਦੇ ਵਿੱਚ ਤੁਰੇ ਫਿਰਦੇ ਹਾਂ ਜੀ, ਕਿਉਂਕਿ ਨਹੀਂ ਤਾਂ ਹਰ ਬੰਦਾ ਦੇਖੋ ਜੀ ਵੱਡਾ ਕੰਮ ਕਰਨ ਦੀ ਸੋਚਦਾ। ਤੁਹਾਡੀ ਸੋਚ ਹੈ, ਸਾਡੀ ਸੋਚ ਹੈ, ਜਾਂ ਥਰਡ ਪਰਸਨ ਦੀ ਸੋਚ ਆ ਕਿ ਮੇਰੇ ਪਿੰਡ ਦੇ ਵਿੱਚ ਇੱਕ ਵਧੀਆ ਪਾਰਕ ਹੋਵੇ, ਇੱਕ ਵਧੀਆ ਸਟੇਡੀਅਮ ਹੋਵੇ, ਸਾਡੇ ਪਿੰਡ ਦੇ ਵਿੱਚ ਸੋਲਰ ਲਾਈਟਾਂ ਹੋਣ, ਸਾਡੇ ਪਿੰਡ ਦੇ ਵਿੱਚ ਜਿਹੜਾ ਆ ਕਿ ਇੱਕ ਜਿਹੜੇ ਸਿੱਖਿਅਕ ਅਦਾਰੇ ਵਧੀਆ ਹੋਣ, ਕਾਲਜ ਹੋਣ, ITI ਹੋਣ, ਜਾਂ ਸਿਹਤ ਸਹੂਲਤਾਂ ਦੇ ਲਈ ਵੱਡੇ ਹਸਪੀਟਲ ਹੋਣ। ਉਹ ਕਿਉਂ ਨਹੀਂ ਬਣਦੇ? ਉਹ ਇਸੇ ਕਰਕੇ ਨਹੀਂ ਬਣਦੇ ਕਿ ਸਾਡੀ ਸਰਕਾਰ ਆਊਗੀ, ਇਹ ਬੰਦਾ ਲਿਥ ਜੂਗਾ, ਜਦੋਂ ਮੈਂ ਬਣੂੰਗਾ ਫਿਰ ਮੈਂ ਕਰੂੰਗਾ। ਇਹ ਜਿਹੜਾ ਆਪਸੀ ਵਿਰੋਧ ਆ, ਸਾਨੂੰ ਪੰਜਾਬੀਆਂ ਨੂੰ ਉਹ ਛੱਡ ਦੇਣਾ ਚਾਹੀਦਾ, ਤੇ ਇਹ ਸੋਨੇ ਦੀ ਚਿੜੀ ਫਿਰ ਆਬਾਦ ਹੋ ਸਕਦੀ ਹੈ। ਆਖਰੀ ਸਵਾਲ, ਇੱਕ ਘੱਟ ਪੜ੍ਹਿਆ ਲਿਖਿਆ ਬੰਦਾ, ਅਸੀਂ ਉਹਨਾਂ ਨੂੰ ਬਹੁਤ ਕਾਬਿਲ ਮੰਨਦੇ ਹਾਂ, ਬੰਦੇ ਕਾਬਿਲ ਹੁੰਦੇ ਜਿੰਨੇ, ਜੇ ਕਿਸੇ ਨੂੰ ਪੜ੍ਹਾਈ ਕਰਨ ਦਾ ਮੌਕਾ ਨਹੀਂ ਮਿਲਿਆ ਤਾਂ ਇਹਦਾ ਮਤਲਬ ਵੀ ਕੁਝ ਕਾਬਲੀਅਤ ਨਹੀਂ, ਪਰ ਕਿਉਂਕਿ ਹੁਣ ਸਿਸਟਮ ਸਾਰਾ ਆਨਲਾਈਨ ਹੋ ਗਿਆ, ਜਾਂ ਅਨਪੜ੍ਹ ਬੰਦਾ ਜੇ ਸਰਪੰਚ ਬਣਦਾ, ਉਹਦੇ ਲਈ ਕਿੰਨਾ ਔਖਾ ਅੱਜ ਦੇ ਸਿਸਟਮ ਦੇ ਵਿੱਚ ਇਮਾਨਦਾਰੀ ਦੇ ਨਾਲ ਕੰਮ ਕਰਨਾ, ਗ੍ਰਾਂਟਾਂ ਲਿਆਉਣੀਆਂ ਜਾਂ ਪ੍ਰੋਜੈਕਟ ਪਾਸ ਕਰਾਉਣੇ। ਜੀ ਸਰ, ਬਹੁਤ ਮੁਸ਼ਕਿਲ ਹੈ, ਕਿਉਂਕਿ ਇੱਕ ਤਾਂ ਗੱਲ ਕਰਨ ਦੀ ਲਿਆਕਤ ਤੁਹਾਨੂੰ ਸਰਕਾਰੀ ਅਦਾਰੇ ਦੇ ਵਿੱਚ ਚਾਹੀਦੀ, ਦੂਸਰਾ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਕੇਸ ਅਫਸਰ ਕੋਲ ਜਾਣਾ, ਕੇਸ ਡਿਪਾਰਟਮੈਂਟ ਦੇ ਵਿੱਚ ਸਹੀ ਬੂਹਾ ਖੜਕਾਉਂਦੇ ਆ ਕਿ ਨਹੀਂ। ਹਾਂ ਬਿਲਕੁਲ ਜੀ।
ਕਿਉਂਕਿ ਜੇ ਅਸੀਂ ਸਹੀ ਬੂਹਾ ਖੜਕਾਵਾਂਗੇ ਸਾਡੀ ਫਰਿਆਦ ਵੀ ਤਾਂ ਹੀ ਸੁਣੀ ਜਾਣੀ ਹੈ ਜੀ। ਅੱਜ ਕੱਲ ਜਿੱਦਾਂ ਉਹ ਬਣਾਉਂਦੇ ਹੈ ਨਾ ਕਿ ਫਲਾਨੀਆਂ ਤੂੰ ਬਣ ਜਾ, ਫਲਾਨੀਆਂ ਤੂੰ ਬਣ ਜਾ, ਸਾਨੂੰ ਇਹ ਆਪਣੀ ਜਿਹੜੀ ਰੀਤ ਨੂੰ ਛੱਡ ਕੇ ਇੱਕ ਸਾਨੂੰ ਪੜ੍ਹੇ ਲਿਖੇ ਅਗਾਂਹ ਵਧੂ ਜਿਹੜਾ ਸੋਚ ਵਾਲਾ ਹੋਵੇ ਉਹਨੂੰ ਬਣਾਉਣਾ ਚਾਹੀਦਾ ਜੀ। ਫੇਰ ਹੀ ਅਸੀਂ ਦੇਖੋ ਜਿਹੜਾ ਅਨਪੜ੍ਹ ਬੰਦਾ ਜਿਹੜਾ ਉਹ ਇੱਕ ਸਿੱਧੇ ਤੌਰ ਦੇ ਉੱਤੇ ਇੱਕ ਪੰਚਾਇਤ ਸੈਕਟਰੀ ਹੁੰਦਾ ਜੀ ਸਾਡਾ, ਜਿਹਨੇ ਸਾਰੀ ਲਿਖਤੀ ਕਾਰਵਾਈ ਕਰਨੀ ਹੁੰਦੀ, ਉਸ ਤੋਂ ਬਾਅਦ ਜੇਈ ਸਾਹਿਬ ਹੁੰਦੇ ਆ। ਜੇਕਰ ਇੱਕ ਅਨਪੜ੍ਹ ਹੋਊਗਾ, ਜਿਵੇਂ ਪੰਚਾਇਤ ਸੈਕਟਰੀ ਨੇ ਕਹਿ ਦਿੱਤਾ ਜੀ ਇੱਥੇ ਸਾਈਨ ਕਰ ਦਿਓ, ਉਹਨੇ ਸਾਈਨ ਕਰ ਦੇਣਾ। ਆਪਾਂ ਪਿੱਛੇ ਜੇ ਇੱਕ ਗੱਲ ਵੀ ਸੁਣੀ ਸੀ ਕਿ ਜਿਹੜੇ ਮੱਤੇਵਾੜਾ ਦਾ ਜੰਗਲ ਸੀਗਾ ਉਹ ਇੱਕ ਇੱਦਾਂ ਉਹਨਾਂ ਨੇ ਗਲਤ ਸਾਈਨ ਕਰਕੇ ਆਪਣਾ ਕਿੰਨਾ ਉਹਨਾਂ ਨੇ ਨੁਕਸਾਨ ਕਰਵਾ ਲਿਆ ਸੀਗਾ। ਸੋ ਇੱਦਾਂ ਹੁੰਦਾ ਕਿ ਜੇਕਰ ਅਨਪੜ੍ਹ ਬੰਦਾ ਹੋਵੇ ਉਹ ਪਿੰਡ ਦਾ ਫਿਰ ਨੁਕਸਾਨ ਵੀ ਹੋ ਸਕਦਾ, ਕਿਉਂਕਿ ਉਹਨਾਂ ਨੂੰ ਪੜ੍ਹਿਆ ਲਿਖਿਆ ਨਾ ਹੋਵੇ, ਚਾਹੇ ਉਹ ਅਣਜਾਣੇ 'ਚ ਹੋ ਜਾਵੇ, ਨੁਕਸਾਨ ਹੋ ਸਕਦਾ। ਠੀਕ ਹੈ ਜੀ, ਪੜ੍ਹੇ ਲਿਖੇ ਦੀ ਲੋੜ ਹੈ। ਬਿਲਕੁਲ ਸਰ। ਸਰਪੰਚ ਸਾਹਿਬ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਪੜ੍ਹੇ ਲਿਖੇ ਸਰਪੰਚ ਬਣੇ, ਤੁਹਾਨੂੰ ਅਵਾਰਡ ਮਿਲੇ, ਤੁਸੀਂ ਆ ਕੁਝ ਕੰਮ ਗਣਾਏ ਨੇ, ਅਸੀਂ ਨਾਲ ਤਸਵੀਰਾਂ ਵੀ ਉਹਨਾਂ ਕੰਮਾਂ ਦੀਆਂ ਦਿਖਾ ਦੇਣੀਆਂ। ਮੰਗਾਂ ਜਾਇਜ਼ ਨੇ, ਮਾੜੇ ਬੰਦੇ ਦੇ ਪਿੱਛੇ ਨਾ ਖੜ੍ਹੇ ਹੋ, ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ, ਕਿਉਂਕਿ ਮਾੜੇ ਸਰਪੰਚ ਦੇ ਪਿੱਛੇ ਖੜਾਂਗੇ ਤਾਂ ਫਿਰ ਔਖਾ ਹੋ ਜਾਊਗਾ। ਅਤੇ ਬਾਕੀ ਮੰਗਾਂ ਤੁਹਾਡੀਆਂ ਸਰਕਾਰ ਪ੍ਰਵਾਨ ਕਰੇ, ਮਾਣ ਭੱਤਾ ਘੱਟੋ ਘੱਟ 4 ਸਾਲਾਂ ਦਾ ਇਕੱਠਾ ਮਿਲੇ, ਹੁਣ ਤਾਂ ਬਹੁਤ ਮਿਲ ਜਾਣੇ ਫਿਰ ਜਦੋਂ ਇਕੱਠੇ ਹੋ ਗਏ, ਅਤੇ ਅੱਗੋਂ ਵੀ ਉਹ ਗੈਪ ਜਿਹੜਾ ਘਟੇ ਅਸੀਂ ਉਮੀਦ ਕਰਦੇ ਹਾਂ। ਬਿਲਕੁਲ ਜੀ, ਚਲੋ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਜੀ, ਧੰਨਵਾਦ ਜੀ। ਸੋ ਕੁਲਵਿੰਦਰ ਬਾਘਾ ਸਾਹਿਬ ਦੇ ਨਾਲ ਗੱਲਬਾਤ ਹੋ ਰਹੀ ਸੀ। ਬਲੀਨਾ ਦੁਆਬਾ ਪਿੰਡ ਜ਼ਿਲ੍ਹਾ ਜਲੰਧਰ ਦਾ। ਜੇ ਜਲੰਧਰੋਂ ਹੁਸ਼ਿਆਰਪੁਰੋਂ ਜਾਓ ਤਾਂ ਜਿਹੜਾ ਹੁਸ਼ਿਆਰਪੁਰ ਨੂੰ ਜਾਂਦੇ ਆ ਥੋੜ੍ਹੇ ਕਿਲੋਮੀਟਰਾਂ ਦੇ ਉੱਤੇ ਸੱਜੇ ਹੱਥ ਇੱਕ ਬੋਰਡ ਆਉਂਦਾ, ਪਿੰਡ ਦਾ ਗੇਟ ਜਿਹੜਾ ਉਹ ਬਣਿਆ ਹੋਇਆ, ਉਧਰਲੇ ਪਾਸੇ ਅੰਦਰ ਵੜ ਜਿਓ। ਪਾਰਕ ਬਣੇ ਨੇ, ITI ਦਾ ਮਸਲਾ ਹੈ ਜਾਂ ਕੁਛ ਹੋਰ ਹੈ, ਉਹ ਸਾਰਾ ਕੁਝ ਦੇਖਿਓ। ਪਰ ਅਸਲ 'ਚ ਰੌਲਾ ਕੀ ਕਿ ਸਮੱਸਿਆਵਾਂ ਕਿੱਥੇ ਨੇ, ਤੰਗ ਕਿੱਥੇ ਕੀਤਾ ਜਾ ਰਿਹਾ, ਪਰੇਸ਼ਾਨੀ ਕਿੱਥੇ ਆ, ਗ੍ਰਾਂਟਾਂ ਕਿਉਂ ਨਹੀਂ ਮਿਲਦੀਆਂ, 35 ਸਾਲ ਜਾਂ 3 ਸਾਲ ਪੁਰਾਣੇ ਪ੍ਰੋਜੈਕਟ ਪਾਸ ਕਿਉਂ ਨਹੀਂ ਹੁੰਦੇ, ਸਰਪੰਚਾਂ ਨੇ ਖਰਚ ਕਿੱਥੋਂ ਕਰਨੇ ਆ, ਦਿਹਾੜੀ ਦਾ ਗੈਪ ਜਿਹੜਾ, ਥੋੜ੍ਹੇ ਬਹੁਤਾ ਲੀਡਰ ਪ੍ਰੈਕਟੀਕਲ ਹੋਣ, ਉਹ ਵੀ ਰੈਲੀਆਂ ਕਰਾਉਂਦੇ ਆ, ਉੱਥੇ ਬੰਦੇ ਲਿਆਉਂਦੇ ਹੁੰਦੇ ਆ, ਟੈਂਟ ਲਵਾਉਂਦੇ ਆ, ਉੱਥੇ ਵੀ ਸਫਾਈ ਕਰਾਉਂਦੇ ਆ, ਘਰਾਂ ਦੇ ਵਿੱਚ ਵੀ ਉਹਨਾਂ ਦੇ ਕੰਮ ਹੁੰਦੇ ਆ। ਉਹ ਸਾਰੇ ਪੈਸੇ ਕੀ ਇਸੇ ਭਾਅ ਦੇ ਉੱਤੇ ਦਿੰਦੇ ਜਾਂ ਕਿਸੇ ਹੋਰ ਭਾਅ 'ਤੇ? ਥੋੜ੍ਹਾ ਜਿਹਾ ਦੇਖਣ ਜ਼ਰੂਰ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।